ਅੱਜ ਅਸੀਂ BECC 132 ਕੋਰਸ ਕੋਡ ਪ੍ਰਿੰਸੀਪਲ ਆਫ ਇਕਨੋਮਿਕਸ ਪਾਰਟ 2 ਦਾ ਇੱਕ ਚੈਪਟਰ ਏਕਾਧਿਕਾਰੀ ਪ੍ਰਤੀਯੋਗਿਤਾ ਕੀਮਤ ਅਤੇ ਉਤਪਾਦਨ ਨਾਲ ਸੰਬੰਧਿਤ ਫੈਸਲੇ, ਜਿਸ ਨੂੰ ਇੰਗਲਿਸ਼ 'ਚ ਮੋਨੋਪੋਲਿਸਟਿਕ ਕੰਪੀਟੀਸ਼ਨ, ਪ੍ਰਾਈਸ ਐਂਡ ਆਊਟਪੁੱਟ ਡਿਸੀਜਨਸ ਨਾਲ ਰਿਲੇਟਡ ਆਪਾਂ ਡਿਸਕਸ਼ਨ ਕਰਾਂਗੇ। ਪਿਛਲੇ ਕੁਝ ਲੈਕਚਰਸ ਦੇ ਵਿੱਚ ਅਸੀਂ ਦੋ ਚੈਪਟਰ ਕੀਤੇ ਸੀਗੇ, ਪੂਰਨ ਪ੍ਰਤੀਯੋਗਿਤਾ ਅਤੇ ਏਕਾਧਿਕਾਰ, ਜਿਸ ਨੂੰ ਇੰਗਲਿਸ਼ 'ਚ ਪਰਫੈਕਟ ਕੰਪੀਟੀਸ਼ਨ ਅਤੇ ਮੋਨੋਪੋਲੀ ਕਹਿੰਦੇ ਹਨ। ਪਰਫੈਕਟ ਕੰਪੀਟੀਸ਼ਨ ਇੱਕ ਐਕਸਟ੍ਰੀਮ ਐਂਡ ਹੈ ਅਤੇ ਮੋਨੋਪੋਲੀ ਦੂਸਰਾ ਐਕਸਟ੍ਰੀਮ ਐਂਡ ਹੈ। ਪਰਫੈਕਟ ਕੰਪੀਟੀਸ਼ਨ ਅਤੇ ਮੋਨੋਪੋਲੀ ਦੇ ਵਿਚਕਾਰ ਜਿਹੜੀਆਂ ਪ੍ਰਤੀਯੋਗਿਤਾਵਾਂ ਪਾਈਆਂ ਜਾਂਦੀਆਂ ਨੇ ਬਾਜ਼ਾਰ ਦੇ ਵਿੱਚ, ਉਸ ਨੂੰ ਅਸੀਂ ਇਮਪਰਫੈਕਟ ਕੰਪੀਟੀਸ਼ਨ, ਅਪੂਰਨ ਪ੍ਰਤੀਯੋਗਿਤਾਵਾਂ ਕਹਿੰਦੇ ਹਾਂ, ਜਿਸ ਦੇ ਵਿੱਚੋਂ ਇੱਕ ਪ੍ਰਤੀਯੋਗਿਤਾ ਜਿਹੜੀ ਹੈ ਉਹ ਮੋਨੋਪੋਲਿਸਟਿਕ ਕੰਪੀਟੀਸ਼ਨ, ਏਕਾਧਿਕਾਰੀ ਪ੍ਰਤੀਯੋਗਿਤਾ ਹੈ। ਇਹ ਏਕਾਧਿਕਾਰੀ ਪ੍ਰਤੀਯੋਗਿਤਾ ਦੀ ਧਾਰਨਾ ਜਿਹੜੀ ਹੈ, ਇੱਕ ਅਮਰੀਕਨ ਅਰਥਸ਼ਾਸਤਰੀ, ਅਮਰੀਕਨ ਇਕੋਨੋਮਿਸਟ ਪ੍ਰੋਫੈਸਰ EH ਚੈਂਬਰਲੇਨ, CHAMBERLIN ਚੈਂਬਰਲੇਨ ਨੇ ਆਪਣੀ ਇੱਕ ਕਿਤਾਬ ਥਿਊਰੀ ਆਫ ਮੋਨੋਪੋਲਿਸਟਿਕ ਕੰਪੀਟੀਸ਼ਨ, ਜਿਸ ਨੂੰ 1933 ਦੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ, ਉਸ ਦੇ ਵਿੱਚ ਉਹਨਾਂ ਨੇ ਮੋਨੋਪੋਲਿਸਟਿਕ ਕੰਪੀਟੀਸ਼ਨ ਦੀ ਗੱਲ ਕੀਤੀ। ਤਾਂ ਮੋਨੋਪੋਲਿਸਟਿਕ ਕੰਪੀਟੀਸ਼ਨ, ਏਕਾਧਿਕਾਰੀ ਪ੍ਰਤੀਯੋਗਿਤਾ ਕੀ ਹੈ? ਇਹ ਦੋ ਸ਼ਬਦਾਂ ਦੇ ਨਾਲ ਬਣਿਆ ਵੀ ਏਕਾਧਿਕਾਰ ਵੀ ਹੈ ਅਤੇ ਨਾਲ ਪ੍ਰਤੀਯੋਗਿਤਾ ਵੀ ਹੈ। ਸਾਨੂੰ ਅਜੀਬ ਜਿਹਾ ਲੱਗਦਾ ਹੈ ਵੀ ਏਕਾਧਿਕਾਰੀ ਵੀ ਹੋਵੇ ਅਤੇ ਨਾਲ ਮੋਨੋਪੋਲੀ ਵੀ ਹੋਵੇ, ਨਾਲ ਪ੍ਰਤੀਯੋਗਿਤਾ ਵੀ ਹੋਵੇ। ਇਹ ਕਿਸ ਤਰ੍ਹਾਂ ਸੰਭਵ ਹੈ? ਇਹ ਸੰਭਵ ਹੈ ਉਦਾਹਰਨ ਦੇ ਤੌਰ ਤੇ, ਡੈਫੀਨੇਸ਼ਨ ਆਪਾਂ ਬਾਅਦ 'ਚ ਕਰਦੇ ਹਾਂ। ਜਿਸ ਤਰ੍ਹਾਂ ਬਾਜ਼ਾਰ ਦੇ ਵਿੱਚ ਕਿੰਨੇ ਜ਼ਿਆਦਾ ਟੂਥਪੇਸਟ ਹੈ, ਕਿੰਨੀਆਂ ਜ਼ਿਆਦਾ ਟਾਇਲਟ ਸੋਪਸ ਨੇ, ਨਹਾਉਣ ਵਾਲੀਆਂ ਸਾਬਣਾਂ ਨੇ ਜਾਂ ਦੂਜੀਆਂ ਸਾਬਣਾਂ ਨੇ। ਹਰੇਕ ਜਿਹੜਾ ਉਤਪਾਦਕ ਹੈ ਉਸ ਦੀ ਆਪਣੇ ਪ੍ਰੋਡਕਟ ਦੇ ਉੱਤੇ, ਆਪਣੀ ਵਸਤੂ ਦੇ ਉੱਤੇ ਮੋਨੋਪੋਲੀ ਹੈ। ਜਿਸ ਤਰ੍ਹਾਂ ਜੇ ਲਾਈਫਬॉय ਸਾਬਣ ਦੀ ਅਸੀਂ ਗੱਲ ਕਰੀਏ, ਹਿੰਦੁਸਤਾਨ ਲੀਵਰ ਦੀ ਉਸ ਤੇ ਆਪਣੀ ਮੋਨੋਪੋਲੀ ਹੈ, ਆਪਣੀ ਉਸਦਾ ਏਕਾਧਿਕਾਰ ਹੈ। ਚਾਹੇ ਉਹ ਏਕਾਧਿਕਾਰ ਕੁਦਰਤੀ ਤੌਰ ਤੇ ਹੋਵੇ, ਚਾਹੇ ਉਹ ਆਰਟੀਫਿਸ਼ਲ ਹੋਵੇ, ਨੈਚੁਰਲ ਹੋਵੇ ਚਾਹੇ ਆਰਟੀਫਿਸ਼ਲ ਹੋਵੇ। ਕਹਿੰਦਾ ਮਤਲਬ ਚਾਹੇ ਉਹ ਰੰਗ ਦਾ ਡਿਫਰੈਂਸ ਹੋਵੇ, ਚਾਹੇ ਉਹ ਸਾਈਜ਼ ਦਾ ਡਿਫਰੈਂਸ ਹੋਵੇ, ਚਾਹੇ ਉਹਦਾ ਪੈਕਿੰਗ ਦਾ ਡਿਫਰੈਂਸ ਹੋਵੇ, ਚਾਹੇ ਉਹ ਟ੍ਰੇਡ ਨੇਮ ਦਾ ਫਰਕ ਹੋਵੇ, ਪਰੰਤੂ ਉਸਦੇ ਵਿੱਚ ਜਿਹੜਾ ਇੱਕ ਲਾਈਫਬॉय ਸਾਬਣ ਜਿਹੜੀ ਹੈ ਮਾਰਕੀਟ ਦੇ ਵਿੱਚ ਸਿਰਫ ਹਿੰਦੁਸਤਾਨ ਲੀਵਰ ਦੀ ਹੈ, ਜੋ ਉਹਦੇ ਸਪੈਲਿੰਗ। ਕੋਈ ਹੋਰ ਜਿਹੜਾ ਪ੍ਰੋਡਿਊਸਰ ਹੈ, ਹੋਰ ਉਤਪਾਦਕ ਜਿਹੜਾ ਹੈ, ਲਾਈਫਬॉय ਸਾਬਣ ਨਾਮ ਦੀ ਸਾਬਣ ਦੀ ਟਿੱਕੀਆ ਬਾਜ਼ਾਰ ਦੇ ਵਿੱਚ ਨਹੀਂ ਬਣਾ ਸਕਦਾ। ਇਸੇ ਤਰ੍ਹਾਂ ਅਸੀਂ ਪੇਸਟ ਬਾਰੇ ਗੱਲ ਕਰ ਸਕਦੇ ਹਾਂ, ਇਸੇ ਤਰ੍ਹਾਂ ਅਸੀਂ ਹੋਰ ਜਿਹੜੀਆਂ ਵਸਤੂਆਂ ਨੇ ਉਹਨਾਂ ਦੀ ਗੱਲ ਕਰ ਸਕਦੇ ਹਾਂ। ਤਾਂ ਜੇ ਅਸੀਂ ਮੋਨੋਪੋਲਿਸਟਿਕ ਕੰਪੀਟੀਸ਼ਨ ਦੀ ਅਸੀਂ ਗੱਲ ਕਰੀਏ, ਡੈਫੀਨੇਸ਼ਨ ਦੀ ਗੱਲ ਕਰੀਏ, ਤਾਂ ਜੇਸ ਬੇਸ ਦੇ ਮੁਤਾਬਕ ਏਕਾਧਿਕਾਰੀ ਪ੍ਰਤੀਯੋਗਿਤਾ ਬਾਜ਼ਾਰ ਦੀ ਉਹ ਹਾਲਤ ਹੈ, ਉਹ ਬਣਤਰ ਹੈ, ਜਿੱਥੇ ਸਮਾਲ ਪ੍ਰੋਡਿਊਸਰ, ਮਤਲਬ ਕਿ ਥੋੜੇ ਛੋਟੇ ਉਤਪਾਦਕ ਜਿਹੜੇ ਨੇ, ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ, ਲਾਰਜ ਨੰਬਰ ਆਫ ਸਮਾਲ ਪ੍ਰੋਡਿਊਸਰਸ। ਅਤੇ ਇਹ ਜਿਹੜੇ ਪ੍ਰਤੀਯੋਗੀ ਨੇ, ਇਹ ਜਿਹੜੇ ਪ੍ਰੋਡਿਊਸਰਸ ਨੇ, ਉਹ ਵਸਤੂਆਂ ਜਿਹੜੀਆਂ ਬਣਾਉਂਦੇ ਨੇ ਇੱਕ ਦੂਜੇ ਤੋਂ ਭਿੰਨ ਹੁੰਦੀਆਂ, ਪ੍ਰੋਡਕਟ ਡਿਫਰੈਂਸ਼ੀਏਸ਼ਨ ਹੁੰਦੀ ਹੈ, ਪ੍ਰੋਡਕਟ ਡਿਫਰੈਂਸ਼ੀਏਟਡ ਹੁੰਦੀ ਹੈ। ਮਤਲਬ ਇੱਕ ਉਤਪਾਦਕ ਦੂਸਰੇ ਉਤਪਾਦਕ ਦੇ ਨਾਲ ਦੀ ਵਸਤੂ ਤਾਂ ਬਣਾ ਸਕਦਾ ਹੈ, ਪਰੰਤੂ ਸੇਮ ਵਸਤੂ ਜਿਹੜੀ ਹੈ ਨਹੀਂ ਬਣਾ ਸਕਦਾ। ਮੈਂ ਪਹਿਲਾਂ ਵੀ ਦੱਸਿਆ, ਚਾਹੇ ਉਹ ਵਸਤੂ ਦੇ ਵਿੱਚ ਅੰਤਰ ਚਾਹੇ ਕੁਦਰਤੀ ਹੋਵੇ, ਚਾਹੇ ਬਨਾਵਟੀ ਹੋਵੇ, ਚਾਹੇ ਨੈਚੁਰਲ ਹੋਵੇ, ਚਾਹੇ ਆਰਟੀਫਿਸ਼ਲ ਹੋਵੇ। ਤਾਂ ਕਹਿਣ ਦਾ ਮਤਲਬ ਹੋ ਗਿਆ, JS ਬੇਸ ਦੇ ਮੁਤਾਬਕ ਜਦੋਂ ਬਾਜ਼ਾਰ ਦੇ ਵਿੱਚ ਬਹੁਤ ਸਾਰੇ ਉਤਪਾਦਕਾਂ ਦੀ ਗਿਣਤੀ ਹੋਵੇ, ਪਰੰਤੂ ਉਹ ਉਤਪਾਦਕ ਕੁੱਲ ਮਾਰਕੀਟ ਦਾ, ਕੁੱਲ ਉਤਪਾਦਨ ਦਾ ਘੱਟ ਹਿੱਸਾ, ਥੋੜਾ ਹਿੱਸਾ ਉਤਪਾਦਨ ਕਰਦੇ ਹੋਣ, ਅਤੇ ਜਿਹੜੀਆਂ ਵਸਤੂਆਂ ਦਾ ਉਤਪਾਦਨ ਇਹ ਉਤਪਾਦਕ ਕਰਦੇ ਹੋਣ, ਉਹ ਇੱਕ ਦੂਜੇ ਨਾਲੋਂ ਭਿੰਨ ਹੋਵੇ, ਅਲੱਗ ਹੋਵੇ, ਪਰੰਤੂ ਨਜ਼ਦੀਕੀ ਪ੍ਰਤੀਸਥਾਪਨ ਹੋਣ। ਮਤਲਬ ਕਿ ਜੇ ਸਾਨੂੰ ਲਾਈਫਬॉय ਸਾਬਣ ਨਹੀਂ ਮਿਲੇਗੀ ਤਾਂ ਐਸਾ ਨਹੀਂ ਹੈ ਕਿ ਅਸੀਂ ਰੈਕਸੋਨਾ ਜਾਂ ਹਮਾਮ ਜਾਂ
ਲਕਸ ਜਾਂ ਕੋਈ ਹੋਰ ਸਾਬਣ ਦੀ ਟਿੱਕੀ ਆ ਉਸਦੇ ਬਦਲੇ ਪ੍ਰਯੋਗ ਨਹੀਂ ਕਰ ਸਕਦੇ। ਜੇ ਸਾਨੂੰ ਕੋਲਗੇਟ ਟੂਥਪੇਸਟ ਨਹੀਂ ਮਿਲੇਗਾ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕੋਈ ਡਾਬਰ ਦਾ ਟੂਥਪੇਸਟ ਜਾਂ ਕੋਈ ਹੋਰ ਟੂਥਪੇਸਟ ਅਸੀਂ ਯੂਜ਼ ਨਹੀਂ ਕਰ ਸਕਦੇ। ਕਰ ਸਕਦੇ ਹਾਂ। ਇੱਕ ਟੂਥਪੇਸਟ ਦੂਸਰੇ ਟੂਥਪੇਸਟ ਦੇ ਨਾਲੋਂ, ਇੱਕ ਸਾਬਣ ਦੀ ਟਿੱਕੀਆਂ ਦੂਜੇ ਸਾਬਣ ਦੀ ਟਿੱਕੀਆਂ ਦੇ ਨਾਲੋਂ, ਇੱਕ ਜਿਹੜੀ ਪਾਣੀ ਦੀ ਬੋਤਲ ਬਾਜ਼ਾਰ 'ਚ ਮਿਲਦੀ ਹੈ ਦੂਜੀ ਪਾਣੀ ਦੀ ਬੋਤਲ ਦੇ ਨਾਲੋਂ ਅਲੱਗ ਹੋ ਸਕਦੀ ਹੈ, ਪਰੰਤੂ ਨਜ਼ਦੀਕੀ ਪ੍ਰਤੀਸਥਾਪਨ ਹੈ ਉਸ ਦੀ ਜਗ੍ਹਾ ਤੇ ਇੱਕ ਪਾਣੀ ਦੀ ਬੋਤਲ ਦੇ ਨਾਲੋਂ ਅਸੀਂ ਦੂਸਰੀ ਪਾਣੀ ਦੀ ਬੋਤਲ ਦਾ ਪ੍ਰਯੋਗ ਕਰ ਸਕਦੇ ਹਾਂ। ਤਾਂ ਫਿਰ ਇਸ ਦੀਆਂ ਵਿਸ਼ੇਸ਼ਤਾਵਾਂ ਕੀ ਹੋ ਗਈਆਂ ਔਰ ਏਕਾਧਿਕਾਰੀ ਪ੍ਰਤੀਯੋਗਿਤਾ ਦੀ ਵਿਸ਼ੇਸ਼ਤਾ। ਤਾਂ ਵਿਸ਼ੇਸ਼ਤਾ ਦੇ ਵਿੱਚ ਪਹਿਲੀ ਵਿਸ਼ੇਸ਼ਤਾ ਹੋ ਗਈ ਲਾਰਜ ਨੰਬਰ ਆਫ ਫਰਮਸ ਐਂਡ ਬਾਇਰਸ। ਕਹਿਣ ਦਾ ਮਤਲਬ ਬਹੁਤ ਸਾਰੀਆਂ ਫਰਮਾਂ ਹੁੰਦੀਆਂ ਅਤੇ ਖਰੀਦਣ ਵਾਲੇ ਵੀ ਬਹੁਤ ਜ਼ਿਆਦਾ ਹੁੰਦੇ। ਇਹ ਜਿਹੜੇ ਬਹੁਤ ਜ਼ਿਆਦਾ ਜਿਹੜੀਆਂ ਫਰਮਾਂ ਨੇ ਜਾਂ ਬਹੁਤ ਜ਼ਿਆਦਾ ਵੇਚਣ ਵਾਲੇ ਨੇ ਅਤੇ ਖਰੀਦਣ ਵਾਲਿਆਂ ਦੀ ਸੰਖਿਆ ਪੂਰਨ ਪ੍ਰਤੀਯੋਗਿਤਾ ਜਿੰਨੀਆਂ ਨਹੀਂ ਹੁੰਦੀਆਂ, ਕਿਉਂਕਿ ਪੂਰਨ ਪ੍ਰਤੀਯੋਗਿਤਾ ਵਿੱਚ ਤਾਂ ਅਣਗਿਣਤ ਵੇਚਣ ਵਾਲੇ ਹੁੰਦੇ ਆ, ਅਣਗਿਣਤ ਖਰੀਦਣ ਵਾਲੇ ਹੁੰਦੇ ਆ। ਏਕਾਧਿਕਾਰੀ ਪ੍ਰਤੀਯੋਗਿਤਾ ਦੇ ਵਿੱਚ ਵੇਚਣ ਵਾਲੇ ਅਤੇ ਖਰੀਦਣ ਵਾਲਿਆਂ ਦੀ ਸੰਖਿਆ ਬਹੁਤ ਜ਼ਿਆਦਾ ਹੁੰਦੀ ਹੈ, ਪਰੰਤੂ ਪੂਰਨ ਪ੍ਰਤੀਯੋਗਿਤਾ ਜਿੰਨੀ ਨਹੀਂ ਹੁੰਦੀ। ਦੂਸਰਾ ਹੈ ਇਹਦੇ ਵਿੱਚ ਪ੍ਰੋਡਕਟ ਡਿਫਰੈਂਸ਼ੀਏਸ਼ਨ। ਇਹ ਇੱਕ ਬਹੁਤ ਬੜੀ ਵਿਸ਼ੇਸ਼ਤਾ ਹੈ ਮੋਨੋਪੋਲਿਸਟਿਕ ਕੰਪੀਟੀਸ਼ਨ ਦੀ। ਵਸਤੂ ਦੇ ਵਿੱਚ ਭਿੰਨਤਾ। ਅਸੀਂ ਗੱਲ ਕਰ ਚੁੱਕੇ ਹਾਂ 2-3 ਵਾਰੀ ਕਿ ਏਕਾਧਿਕਾਰੀ ਪ੍ਰਤੀਯੋਗਿਤਾ ਵਿੱਚ ਉਤਪਾਦਕ ਜਿਸ ਵਸਤੂ ਦਾ ਉਤਪਾਦਨ ਕਰਦਾ ਹੈ ਉਹ ਦੂਸਰੇ ਉਤਪਾਦਕ ਦੇ ਨਾਲੋਂ ਅਲੱਗ ਹੁੰਦੀ ਹੈ, ਭਿੰਨ ਹੁੰਦੀ ਹੈ, ਚਾਹੇ ਉਹ ਡਿਫਰੈਂਸ ਜਿਹੜਾ ਹੈ, ਚਾਹੇ ਉਹ ਅੰਤਰ ਕੁਦਰਤੀ ਤੌਰ ਤੇ ਹੋਵੇ, ਚਾਹੇ ਬਨਾਵਟੀ ਤੌਰ ਤੇ ਹੋਵੇ, ਅਰਥਾਤ ਚਾਹੇ ਆਰਟੀਫਿਸ਼ੀਅਲ ਹੋਵੇ, ਚਾਹੇ ਨੈਚੁਰਲ ਹੋਵੇ। ਫਿਰ ਤੀਸਰਾ ਜਿਹੜੀ ਵਿਸ਼ੇਸ਼ਤਾ ਹੈ ਫ੍ਰੀडम ਆਫ ਐਂਟਰੀ ਐਂਡ ਐਗਜ਼ਿਟ ਆਫ ਫਰਮਸ, ਕਿ ਕੋਈ ਵੀ ਫਰਮ ਗਰੁੱਪ ਦੇ ਵਿੱਚ ਕਦੀ ਵੀ ਦਾਖਲ ਹੋ ਸਕਦਾ ਹੈ, ਪ੍ਰਵੇਸ਼ ਕਰ ਸਕਦਾ ਹੈ, ਕਦੀ ਵੀ ਉਤਪਾਦਨ ਨੂੰ ਬੰਦ ਕਰ ਸਕਦਾ, ਤਾਂ ਉਸ ਤੇ ਕੋਈ ਪ੍ਰਤੀਬੰਧ ਨਹੀਂ ਹੁੰਦਾ। ਪਰਫੈਕਟ ਕੰਪੀਟੀਸ਼ਨ 'ਚ ਵੀ ਇਸ ਤਰ੍ਹਾਂ ਹੀ ਹੁੰਦਾ। ਤਾਂ ਕੋਈ ਵੀ ਫਰਮ ਜਿਹੜੀ ਹੈ ਗਰੁੱਪ ਦੇ ਵਿੱਚ, ਚੈਂਬਰਲੇਨ ਨੇ ਇੰਡਸਟਰੀ ਨਹੀਂ ਕਿਹਾ, ਗਰੁੱਪ ਕਿਹਾ, ਆਪਾਂ ਬਾਅਦ 'ਚ ਗੱਲ ਕਰਾਂਗੇ ਕਿਉਂ ਗਰੁੱਪ ਕਿਹਾ ਉਹਨਾਂ ਨੇ। ਤਾਂ ਗਰੁੱਪ ਦੇ ਵਿੱਚ ਕੋਈ ਵੀ ਫਰਮ ਜਿਹੜੀ ਹੈ, ਨਵੀਂ ਫਰਮ ਜਿਹੜੀ ਹੈ ਉਤਪਾਦਨ ਨੂੰ ਸ਼ੁਰੂ ਕਰ ਸਕਦੀ ਹੈ ਅਤੇ ਜੇ ਲੋਸ ਹੋ ਰਿਹਾ ਹੋਵੇ ਤਾਂ ਉਤਪਾਦਨ ਨੂੰ ਬੰਦ ਕਰ ਸਕਦੀ ਹੈ। ਇੱਕ ਹੋਰ ਬਹੁਤ ਬੜੀ ਵਿਸ਼ੇਸ਼ਤਾ ਜਿਹੜੀ ਕਿ ਪੂਰਨ ਪ੍ਰਤੀਯੋਗਿਤਾ ਵਿੱਚ ਵੀ ਨਹੀਂ ਹੈਗੀ ਅਤੇ ਮੋਨੋਪੋਲੀ 'ਚ ਵੀ ਨਹੀਂ ਪਾਈ ਜਾਂਦੀ, ਉਹ ਹੈ ਸੈਲਿੰਗ ਕਾਸਟ, ਜਿਸ ਨੂੰ ਅਸੀਂ ਵਿਕਰੀ ਲਾਗਤ ਕਹਿੰਦੇ ਹਾਂ। ਕਿਉਂਕਿ ਜਿੰਨੇ ਵੀ ਉਤਪਾਦਕ ਹੁੰਦੇ ਹੈ ਏਕਾਧਿਕਾਰੀ ਪ੍ਰਤੀਯੋਗਿਤਾ ਦੇ ਵਿੱਚ, ਉਹਨਾਂ ਵਿੱਚ ਆਪਸ 'ਚ ਬਹੁਤ ਬੜੀ ਪ੍ਰਤੀਯੋਗਿਤਾ ਹੁੰਦੀ ਹੈ, ਬਹੁਤ ਜ਼ਿਆਦਾ ਪ੍ਰਤੀਯੋਗਿਤਾ ਹੁੰਦੀ ਹੈ। ਉਹਨਾਂ ਵਿੱਚ ਪ੍ਰਤੀਯੋਗਿਤਾ ਕੀਮਤ ਨੂੰ ਲੈ ਕੇ ਹੁੰਦੀ ਹੈ, ਉਹਨਾਂ ਵਿੱਚ ਪ੍ਰਤੀਯੋਗਿਤਾ ਉਤਪਾਦਨ ਨੂੰ ਲੈ ਕੇ ਹੁੰਦੀ ਹੈ, ਵਸਤੂ ਨੂੰ ਲੈ ਕੇ ਹੁੰਦੀ ਹੈ। ਇਸ ਕਰਕੇ ਇਹ ਉਤਪਾਦਕ ਇੱਕ ਦੂਜੇ ਦੇ ਪ੍ਰਤੀਬੰਧੀ ਹੁੰਦੇ ਨੇ, ਕੰਪੀਟੀਟਰ ਹੁੰਦੇ ਨੇ। ਆਪਣੀ ਵਸਤੂ ਨੂੰ ਵੱਧ ਤੋਂ ਵੱਧ ਵੇਚਣ ਦੇ ਲਈ ਉਹਨਾਂ ਨੂੰ ਵਿਕਰੀ ਲਾਗਤਾਂ ਕਰਨੀਆਂ ਪੈਂਦੀਆਂ ਨੇ, ਸੈਲਿੰਗ ਕਾਸਟ ਕਰਨੀ ਪੈਂਦੀ, ਪਬਲਿਸਿਟੀ ਕਰਨੀ ਪੈਂਦੀ ਹੈ, ਪ੍ਰਚਾਰ ਕਰਨਾ ਪੈਂਦਾ ਹੈ ਅਤੇ ਵਿਕਰੀ ਲਾਗਤਾਂ ਤੇ ਖਰਚ ਕਰਨਾ ਪੈਂਦਾ। ਅਤੇ ਇਹ ਗ੍ਰਾਹਕ ਨੂੰ, ਖਰੀਦਦਾਰਾਂ ਨੂੰ ਇਸ ਗੱਲ ਨੂੰ ਜਚਾਉਣ ਦੀ ਕੋਸ਼ਿਸ਼ ਕਰਦੇ ਹੈ ਕਿ ਸਾਡੀ ਪ੍ਰੋਡਕਟ ਜਿਹੜੀ ਹੈ ਦੂਜਿਆਂ ਦੀ ਪ੍ਰੋਡਕਟ ਦੇ ਨਾਲੋਂ ਉਹ ਹੈ ਬੈਟਰ ਹੈ। ਫਿਰ ਨੈਕਸਟ ਇਜ਼ ਦਾ ਲਿਮਿਟਡ ਮੋਬਿਲਿਟੀ, ਸੀਮਿਤ ਗਤੀਸ਼ੀਲਤਾ। ਏਕਾਧਿਕਾਰੀ ਪ੍ਰਤੀਯੋਗਿਤਾ ਦੇ ਅੰਦਰ ਉਤਪਾਦਨ ਦੇ ਸਾਧਨਾਂ ਅਤੇ ਵਸਤੂਆਂ ਦੇ ਵਿੱਚ ਪੂਰਨ ਪ੍ਰਤੀਯੋਗਿਤਾ ਨਹੀਂ ਹੁੰਦੀ ਜਿਸ ਤਰ੍ਹਾਂ ਕਿ ਪੂਰਨ ਪ੍ਰਤੀਯੋਗਿਤਾ ਵਿੱਚ ਹੁੰਦੀ ਹੈ, ਸੀਮਿਤ ਗਤੀਸ਼ੀਲਤਾ ਹੁੰਦੀ ਹੈ। ਫਿਰ ਨੈਕਸਟ ਅਸੀਂ ਕਹਿ ਸਕਦੇ ਹਾਂ ਇੰਪਰਫੈਕਟ ਨੌਲੇਜ, ਅਪੂਰਨ ਗਿਆਨ। ਵੇਚਣ ਵਾਲਿਆਂ ਨੂੰ ਵੀ ਅਤੇ ਖਰੀਦਣ ਵਾਲਿਆਂ ਨੂੰ ਵੀ ਮਾਰਕੀਟ ਦੇ ਬਾਰੇ ਪੂਰਾ ਗਿਆਨ ਨਹੀਂ ਹੁੰਦਾ ਜਿਸ ਤਰ੍ਹਾਂ ਕਿ ਪੂਰਨ ਪ੍ਰਤੀਯੋਗਿਤਾ ਦੇ ਵਿੱਚ ਹੁੰਦਾ ਹੈ। ਅਪੂਰਨ ਗਿਆਨ ਹੁੰਦਾ ਹੈ, ਚਾਹੇ ਸਾਬਣ ਵਾਲਾ ਹੈ, ਚਾਹੇ ਕੱਪੜੇ ਵਾਲਾ ਹੈ, ਚਾਹੇ ਉਹ ਪੇਸਟ ਵਾਲਾ ਹੈ, ਉਸ ਦੇ ਵਿੱਚ ਕੀ ਕੰਟੈਂਟ ਹੈ ਉਸ ਜੋ ਲਿਖਿਆ ਹੋਇਆ ਉਹੀ ਉਸਨੂੰ ਪਤਾ ਹੈ, ਲੇਕਿਨ ਕਿਹੜਾ ਪ੍ਰੋਡਕਟ ਵਧੀਆ ਹੈ, ਕਿਹੜਾ ਪ੍ਰੋਡਕਟ ਘਟੀਆ ਹੈ, ਉਸਨੂੰ ਉਸਦੇ ਬਾਰੇ ਪੂਰੀ ਨੌਲੇਜ ਨਹੀਂ ਹੁੰਦੀ। ਇਸੇ ਤਰ੍ਹਾਂ ਖਰੀਦਦਾਰ ਨੂੰ ਵੀ ਬਹੁਤ ਜ਼ਿਆਦਾ ਨੌਲੇਜ ਜਿਹੜੀ ਹੈ ਮਾਰਕੀਟ ਦੇ ਵਿੱਚ ਨਹੀਂ ਹੁੰਦੀ ਕਿ ਕਿਹੜੀ ਪ੍ਰੋਡਕਟ ਸੁਪੀਰੀਅਰ ਹੈ, ਕਿਹੜੀ ਪ੍ਰੋਡਕਟ ਇਨਫੀਰੀਅਰ ਹੈ, ਕਿਹੜੀ ਪ੍ਰੋਡਕਟ ਖਰੀਦਣੀ ਹੈ, ਕਿਹੜੀ ਪ੍ਰੋਡਕਟ ਨਹੀਂ ਖਰੀਦਣੀ। ਪ੍ਰਾਈਸਿਸ ਦੇ ਬੇਸ ਦੇ ਉੱਤੇ ਜਾਂ ਆਪਣੇ ਐਡਵਰਟਾਈਜ਼ਮੈਂਟ ਦੇ ਬੇਸ ਤੇ ਜਾਂ ਆਪਣੇ ਐਕਸਪੀਰੀਅੰਸ ਦੇ ਬੇਸ ਤੇ ਉਹ
ਅੰਦਾਜ਼ਾ ਲਗਾ ਲੈਂਦਾ ਹੈ ਕਿ ਇਹ ਪ੍ਰੋਡਕਟ ਸੁਪੀਰੀਅਰ ਹੋਏਗੀ, ਇਹ ਪ੍ਰੋਡਕਟ ਇਨਫੀਰੀਅਰ ਹੋਏਗੀ, ਲੇਕਿਨ ਉਹਨਾਂ ਨੂੰ ਉਸ ਦੇ ਬਾਰੇ ਪੂਰੀ ਨੌਲੇਜ ਨਹੀਂ ਹੁੰਦੀ। ਫਿਰ ਇੱਕ ਹੋਰ ਵਿਸ਼ੇਸ਼ਤਾ ਜਿਹੜੀ ਹੈ ਇਹਦੇ ਵਿੱਚ ਇੱਕ ਅਧਿਕਾਰੀ ਪ੍ਰਤੀਯੋਗਤਾ ਵਿੱਚ ਪਾਈ ਜਾਂਦੀ ਹੈ, ਉਹ ਹੈ ਨੌਨ ਪ੍ਰਾਈਸ ਕੰਪੀਟੀਸ਼ਨ, ਜਿਸ ਨੂੰ ਅਸੀਂ ਗੈਰ ਕੀਮਤ ਪ੍ਰਤੀਯੋਗਿਤਾ ਕਹਿੰਦੇ ਹਾਂ। ਤਾਂ ਗੈਰ ਕੀਮਤ ਪ੍ਰਤੀਯੋਗਿਤਾ ਵਿੱਚ ਕੀ ਹੁੰਦਾ ਹੈ, ਤਾਂ ਇਹ ਕੀ ਕਰਦੇ ਨੇ, ਕੁਝ ਪ੍ਰੋਡਕਟ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਸਰਫ ਦਾ ਡੱਬਾ ਲੈ ਲਓ, ਨਾਲ ਸਾਬਣ ਦੀ ਟਿੱਕੀਆਂ ਫ੍ਰੀ ਮਿਲ ਜਾਏਗੀ, ਤਾਂ ਜਾਂ ਤੁਹਾਨੂੰ 10% ਜਿਹੜਾ ਹੈ ਪੇਸਟ ਜਿਹੜਾ ਐਕਸਟਰਾ ਮਿਲ ਜਾਏਗਾ, ਜਾਂ ਸਾਬਣ ਦੀ ਟਿੱਕੀਆਂ ਦਾ ਪ੍ਰਾਈਸ ਜਿਹੜਾ ਹੈ ਉਹ ਸੇਮ ਹੋਏਗਾ, ਉਹਦੇ ਵਿੱਚ 10%, 20% ਜਾਂ 30% ਉਹਦੇ ਵਿੱਚ ਐਕਸਟਰਾ ਹੋਏਗਾ। ਕਾਫੀ ਸਾਲ ਪਹਿਲਾਂ ਇਸ ਤਰ੍ਹਾਂ ਵੀ ਸੀਗਾ ਕਿ ਜੇ ਸਾਬਣ ਦੀ ਟਿੱਕੀਆਂ ਯੂਜ਼ ਕਰੋਗੇ ਉਸ ਦੇ ਵਿੱਚ ਤੁਹਾਨੂੰ ਕੁਝ ਗੋਲਡ ਦਾ ਕੁਆਇਨ ਜਾਂ ਗੋਲਡ ਦਾ ਕੁਝ ਤਾਰ ਮਿਲੇਗੀ। ਤਾਂ ਇਸ ਤਰ੍ਹਾਂ ਦੀ ਜਿਹੜਾ ਕੰਪੀਟੀਸ਼ਨ ਹੈ ਉਹ ਪ੍ਰੋਡਿਊਸਰ ਦੇ ਵਿੱਚ ਪਾਇਆ ਜਾਂਦਾ ਹੈ, ਇਸ ਨੂੰ ਅਸੀਂ ਨੌਨ ਪ੍ਰਾਈਸ ਕੰਪੀਟੀਸ਼ਨ ਕਹਿੰਦੇ ਨੇ। ਜਾਂ ਤੁਸੀਂ ਟੂਥਪੇਸਟ ਲਓ, ਤੁਹਾਨੂੰ ਫ੍ਰੀ ਜਿਹੜਾ ਬਰਸ਼ ਹੈ, ਟੂਥ ਬਰਸ਼ ਜਿਹੜਾ ਹੈ ਉਹ ਫ੍ਰੀ ਮਿਲੇਗਾ। ਜਾਂ ਤੁਸੀਂ ਕੋਈ ਹੋਰ ਪ੍ਰੋਡਕਟ ਲਓ, 2 ਸਾਬਣ ਦੀ ਟਿੱਕੀਆਂ ਲਓ, 3 ਸਾਬਣ ਦੀ ਟਿੱਕੀਆਂ ਲਓ, 1 ਸਾਬਣ ਦੀ ਟਿੱਕੀਆਂ ਫ੍ਰੀ ਮਿਲੇਗੀ। ਜੇ ਤੁਸੀਂ 2 ਸ਼ਰਟ ਲੈਣੇ ਹੋ, 1 ਸ਼ਰਟ ਜਿਹੜਾ ਹੈ ਤੁਹਾਨੂੰ ਫ੍ਰੀ ਮਿਲੇਗਾ। ਤਾਂ ਇਸ ਤਰ੍ਹਾਂ ਦੀ ਪ੍ਰਤੀਯੋਗਿਤਾ ਜਿਹਨੂੰ ਅਸੀਂ ਗੈਰ ਕੀਮਤ ਪ੍ਰਤੀਯੋਗਿਤਾ, ਮਤਲਬ ਕੀਮਤ ਸੇਮ ਹੈ ਪਰੰਤੂ ਨਾਲ ਕੋਈ ਨਾ ਕੋਈ ਤੁਹਾਨੂੰ ਗਿਫਟ ਚੋਂ ਫ੍ਰੀ ਚੀਜ਼ ਜਿਹੜੀ ਹੈ ਉਹ ਉਪਲਬਧ ਕਰਵਾ ਦਿੰਦੇ ਨੇ। ਇਸ ਤਰ੍ਹਾਂ ਦੇ ਵਿਸ਼ੇਸ਼ਤਾ ਵੀ ਇੱਕ ਅਧਿਕਾਰੀ ਪ੍ਰਤੀਯੋਗਿਤਾ ਦੇ ਵਿੱਚ ਪਾਈ ਜਾਂਦੀ ਹੈ। ਇਸ ਪ੍ਰਤੀਯੋਗਿਤਾ ਦੇ ਵਿੱਚ ਜਿਹੜੀ ਪ੍ਰਾਈਸ ਆਫ ਫੈਕਟਰਸ ਹੈ, ਉਤਪਾਦਨ ਦੇ ਸਾਧਨਾਂ ਦੀ ਜਿਹੜੀ ਕੀਮਤ ਹੈ ਅਤੇ ਟੈਕਨੋਲੋਜੀ ਜਿਹੜੀ ਹੈ, ਉਤਪਾਦਨ ਦੀ ਟੈਕਨੋਲੋਜੀ ਹੈ, ਉਸ ਨੂੰ ਅਸੀਂ ਮੰਨ ਕੇ ਚੱਲਦੇ ਹਾਂ, ਉਹਦੇ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ। ਅਤੇ ਪੂਰੇ ਗਰੁੱਪ ਦੇ ਵਿੱਚ ਜਿਹੜੀ ਡਿਮਾਂਡ ਕਰਵ ਹੈ, ਮੰਗ ਵਕਰ ਹੈ ਅਤੇ ਲਾਗਤ ਵਕਰ ਹੈ, ਕੋਸਟ ਵਕਰ ਹੈ, ਕਰਵ ਹੈ, ਉਹ ਕੀ ਹੈ, ਯੂਨੀਫਾਰਮ ਹੁੰਦੀ ਹੈ, ਮਤਲਬ ਸਮਾਨ ਹੁੰਦੀ ਹੈ, ਉਹਦੇ ਵਿੱਚ ਕੋਈ ਅੰਤਰ ਨਹੀਂ ਪਾਇਆ। ਇਹ ਸੀਗੀਆਂ ਵਿਸ਼ੇਸ਼ਤਾਵਾਂ। ਹੁਣ ਅਸੀਂ ਕਰਦੇ ਹਾਂ ਕਿ ਡਿਮਾਂਡ ਕਰਵ ਅੰਡਰ ਮੋਨੋਪੋਲਿਸਟਿਕ ਕੰਪੀਟੀਸ਼ਨ। ਇਹ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਡਿਮਾਂਡ ਕਰਵ ਹੈ। ਡਿਮਾਂਡ ਕਰਵ ਜਿਸ ਤਰ੍ਹਾਂ ਮੋਨੋਪੋਲੀ ਦੇ ਵਿੱਚ ਜਿਹੜੀ ਡਿਮਾਂਡ ਕਰਵ ਹੈ ਉਹਦੀ ਸਲੋਪ ਜਿਹੜੀ ਹੈ, ਉਹਦੀ ਢਲਾਨ ਜਿਹੜੀ ਹੈ ਨੀਚੇ ਵੱਲ ਨੂੰ ਹੁੰਦੀ ਹੈ, ਜਾਂ ਆਮ ਜਿਹੜੀ ਢਲਾਨ ਵਕਰ ਹੈ ਉਹਦੀ ਢਲਾਨ ਕਰਵ ਹੈ ਜਿਹੜੀ ਉਹਦੀ ਢਲਾਨ ਜਿਹੜੀ ਨੀਚੇ ਨੂੰ ਹੁੰਦੀ ਹੈ। ਉਸੇ ਤਰ੍ਹਾਂ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਵੀ ਏਕਾਧਿਕਾਰੀ ਪ੍ਰਤੀਯੋਗਿਤਾ ਦੇ ਅੰਤਰਗਤ ਵੀ ਮੰਗ ਵਕਰ ਦੀ ਢਲਾਨ ਹੇਠਾਂ ਵੱਲ ਨੂੰ ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਕੀਮਤ ਘਟਣ ਦੇ ਨਾਲ ਉਤਪਾਦਨ ਦੇ ਵਿੱਚ ਮੰਗ ਦੇ ਵਿੱਚ ਵਾਧਾ ਹੁੰਦਾ ਹੈ ਅਤੇ ਕੀਮਤ ਵਧਣ ਦੇ ਨਾਲ ਮੰਗ ਦੇ ਵਿੱਚ ਘਾਟਾ। ਸਾਨੂੰ ਇਹ ਮੰਗ ਵਕਰ ਜਿਹੜੀ ਹੈ ਏਕਾਧਿਕਾਰ ਦੀ ਤਰ੍ਹਾਂ, ਮੋਨੋਪੋਲੀ ਦੀ ਤਰ੍ਹਾਂ ਹੀ ਲੱਗਦੀ ਹੈ, ਲੇਕਿਨ ਏਕਾਧਿਕਾਰੀ ਪ੍ਰਤੀਯੋਗਿਤਾ ਦੀ ਮੰਗ ਵਕਰ ਅਤੇ ਏਕਾਧਿਕਾਰ ਦੀ ਜਿਹੜੀ ਮੰਗ ਵਕਰ ਹੈ ਉਹਦੇ ਵਿੱਚ ਅੰਤਰ ਹੁੰਦਾ। ਇਹ ਅੰਤਰ ਹੈ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਮੰਗ ਲਚਕ ਇਲਾਸਟਿਸਿਟੀ ਔਰ ਡਿਮਾਂਡ ਜਿਹੜੀ ਹੈ ਜ਼ਿਆਦਾ ਹੁੰਦੀ ਹੈ, ਅਤੇ ਮੋਨੋਪੋਲੀ ਦੇ ਵਿੱਚ ਜਿਹੜੀ ਰਾਈਟ ਹੈਂਡ ਸਾਈਡ ਤੇ ਜਿਹੜੀ ਕਰਵ ਬਣੀ ਹੋਈ ਹੈ ਇਸ ਦੇ ਵਿੱਚ ਇਲਾਸਟਿਸਿਟੀ ਔਰ ਡਿਮਾਂਡ ਕੀ ਹੈ, ਘੱਟ। ਮਤਲਬ ਜੇ ਅਸੀਂ ਪ੍ਰਾਈਸ ਜਿਹੜੀ ਹੈ ਸੇਮ ਮੰਨ ਕੇ ਚਲੀਏ ਏਕਾਧਿਕਾਰ ਦੇ ਵਿੱਚ ਵੀ ਅਤੇ ਏਕਾਧਿਕਾਰੀ ਪ੍ਰਤੀਯੋਗਿਤਾ ਦੇ ਅੰਤਰਗਤ ਵੀ, ਜੇ ਮੰਨ ਲਓ ਅਸੀਂ ਡਾਇਗਰਾਮ ਦੇ ਵਿੱਚ ਜਿਸ ਤਰ੍ਹਾਂ ਦਿਖਾਇਆ ਗਿਆ ਹੈ, ਜੇ ਮੰਨ ਲਓ ਕੀਮਤ ਅਸੀਂ OP ਮੰਨ ਲੈਂਦੇ ਹਾਂ, ਤਾਂ ਏਕਾਧਿਕਾਰ 'ਚ ਵੀ ਏਕਾਧਿਕਾਰੀ ਪ੍ਰਤੀਯੋਗਿਤਾ ਦੇ ਅੰਤਰਗਤ ਵੀ, ਤਾਂ ਏਕਾਧਿਕਾਰੀ ਪ੍ਰਤੀਯੋਗਿਤਾ ਦੇ ਵਿੱਚ ਮੰਗ ਕੀ ਹੈ, ਜ਼ਿਆਦਾ ਹੋਏਗੀ ਸੇਮ ਪ੍ਰਾਈਸ ਤੇ, ਅਤੇ ਏਕਾਧਿਕਾਰ ਦੇ ਅੰਤਰਗਤ ਮੰਗ ਕੀ ਹੈ, ਘੱਟ ਹੋਏਗੀ। ਜਾਂ ਇਸ ਤਰ੍ਹਾਂ ਕਰੀਏ, ਸੇਮ ਪ੍ਰਾਈਸ ਦੇ ਉੱਤੇ ਏਕਾਧਿਕਾਰੀ ਪ੍ਰਤੀਯੋਗਿਤਾ ਦੇ ਵਿੱਚ ਉਤਪਾਦਨ ਜ਼ਿਆਦਾ ਹੋਏਗਾ ਅਤੇ ਏਕਾਧਿਕਾਰ ਦੇ ਵਿੱਚ ਉਤਪਾਦਨ ਕੀ ਹੈ, ਮੋਨੋਪੋਲੀ ਦੇ ਵਿੱਚ ਉਤਪਾਦਨ ਕੀ ਹੈ, ਘੱਟ ਹੋਏਗਾ। ਤਾਂ ਇਹ ਸੀਗਾ ਡਿਮਾਂਡ ਕਰਵ, ਡਿਫਰੈਂਸ ਬਿਟਵੀਨ ਮੋਨੋਪੋਲੀ ਐਂਡ ਮੋਨੋਪੋਲਿਸਟਿਕ ਕੰਪੀਟੀਸ਼ਨ। ਜੇ ਹੁਣ ਅਸੀਂ ਡਿਸਕਸ ਕਰੀਏ ਇਕੁਇਲਿਬਰੀਅਮ ਅੰਡਰ ਮੋਨੋਪੋਲਿਸਟਿਕ ਕੰਪੀਟੀਸ਼ਨ, ਏਕਾਧਿਕਾਰੀ ਪ੍ਰਤੀਯੋਗਿਤਾ ਦੇ ਅੰਤਰਗਤ ਸੰਤੁਲਨ। ਜਿਸ ਤਰ੍ਹਾਂ ਅਸੀਂ ਮੋਨੋਪੋਲੀ ਦੇ ਵਿੱਚ ਕੀਤਾ ਸੀਗਾ ਕਿ AR ਅਤੇ MR ਦੀ ਢਲਾਨ ਜਿਹੜੀ ਹੈ ਹੇਠਾਂ ਵੱਲ ਹੁੰਦੀ ਹੈ, ਔਸਤ ਆਮਦਨ ਅਤੇ ਸੀਮਾਂਤ ਆਮਦਨ ਵਕਰ ਦੀ ਢਲਾਨ ਹੇਠਾਂ ਵੱਲ ਹੁੰਦੀ ਹੈ,
ਉਸੇ ਤਰ੍ਹਾਂ ਏਕਾਧਿਕਾਰੀ ਪ੍ਰਤੀਯੋਗਿਤਾ ਦੇ ਅੰਤਰਗਤ ਵੀ ਔਸਤ ਆਮਦਨ ਅਤੇ ਸੀਮਾਂਤ ਆਮਦਨ, ਜਿਸ ਤਰ੍ਹਾਂ ਕਿ AR MR ਦੀ ਗੱਲ ਕਰਦੇ ਹਾਂ, ਇਹਨਾਂ ਦੀ ਢਲਾਨ ਹੇਠਾਂ ਵੱਲ ਨੂੰ ਹੁੰਦੀ ਹੈ। ਸੰਤੁਲਨ, ਇਸ ਦੇ ਵਿੱਚ ਵੀ ਸੰਤੁਲਨ ਦੀਆਂ ਦੋ ਹਾਲਤਾਂ ਨੇ, ਦੋ ਕੰਡੀਸ਼ਨਸ ਨੇ, ਜਿੱਥੇ ਸੀਮਾਂਤ ਲਾਗਤ ਸੀਮਾਂਤ ਆਮਦਨ ਦੇ ਬਰਾਬਰ ਹੋਵੇ ਅਤੇ ਸੀਮਾਂਤ ਲਾਗਤ ਵਕਰ ਸੀਮਾਂਤ ਆਮਦਨ ਵਕਰ ਨੂੰ ਹੇਠਾਂ ਤੋਂ ਉੱਪਰ ਵੱਲ ਨੂੰ ਕੱਟੇ। ਤਾਂ ਇਹ ਦੋ ਕੰਡੀਸ਼ਨਸ ਹੈ, ਮੈਂ ਦੁਬਾਰਾ ਫਿਰ ਦੱਸਦਾ। ਸੀਮਾਂਤ ਲਾਗਤ ਸੀਮਾਂਤ ਆਮਦਨ ਦੇ ਬਰਾਬਰ ਹੋਵੇ, ਪਹਿਲੀ ਕੰਡੀਸ਼ਨ। ਦੂਸਰੀ ਸ਼ਰਤ ਜਿਹੜੀ ਹੈ ਕਿ ਸੀਮਾਂਤ ਲਾਗਤ ਵਕਰ ਸੀਮਾਂਤ ਆਮਦਨ ਵਕਰ ਨੂੰ ਹੇਠਾਂ ਤੋਂ ਉੱਪਰ ਵੱਲ ਨੂੰ ਕੱਟੇ। ਤਾਂ ਇਸ ਇਕੁਇਲੀਬਰੀਅਮ ਨੂੰ ਵੀ ਅਸੀਂ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ ਸਮੇਂ ਦੇ ਅਨੁਸਾਰ, ਸ਼ਾਰਟ ਪੀਰੀਅਡ ਐਂਡ ਲੌਂਗ ਪੀਰੀਅਡ, ਅਲਪਕਾਲ ਅਤੇ ਦੀਰਘਕਾਲ। ਅਲਪਕਾਲ ਦੇ ਵਿੱਚ ਏਕਾਧਿਕਾਰ ਦੀ ਤਰ੍ਹਾਂ, ਮੋਨੋਪੋਲੀ ਦੀ ਤਰ੍ਹਾਂ, ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਅੰਤਰਗਤ ਵੀ ਇੱਕ ਫਰਮ ਨੂੰ ਸੁਪਰਨੋ ਪ੍ਰੋਫਿਟ, ਨੋਮੀਨਲ ਪ੍ਰੋਫਿਟ ਜਾਂ ਲਾਸ ਹੋ ਸਕਦਾ। ਜਿਸ ਤਰ੍ਹਾਂ ਕਿ ਫਿਗਰ 3.3 ਚ ਦਿਖਾਇਆ ਗਿਆ ਹੈ ਕਿ ਏਕਾਧਿਕਾਰੀ ਪ੍ਰਤੀਯੋਗਿਤਾ ਦੇ ਅੰਤਰਗਤ ਫਰਮ ਨੂੰ ਕੀ ਹੋ ਰਿਹਾ, ਸੁਪਰਨੋਮੀਨਲ ਪ੍ਰੋਫਿਟ। ਹੁਣ ਇਸ ਡਾਇਗਰਾਮ ਦੇ ਵਿੱਚ ਇਹ ਬਿੰਦੂ ਤੇ ਸੰਤੁਲਨ ਪਾਇਆ ਜਾਂਦਾ ਹੈ। ਕਿਉਂ ਪਾਇਆ ਜਾਂਦਾ ਹੈ? ਕਿਉਂਕਿ ਇਸ ਬਿੰਦੂ ਤੇ ਸੀਮਾਂਤ ਲਾਗਤ ਸੀਮਾਂਤ ਆਮਦਨ ਦੇ ਬਰਾਬਰ ਹੈ ਅਤੇ ਸੀਮਾਂਤ ਲਾਗਤ ਵਕਰ ਸੀਮਾਂਤ ਆਮਦਨ ਵਕਰ ਨੂੰ ਹੇਠਾਂ ਤੋਂ ਉੱਪਰ ਵੱਲ ਨੂੰ ਕੱਟ ਰਹੀ ਹੈ। ਇਸ ਕਰਕੇ ਇਹ ਬਿੰਦੂ ਤੇ ਕੀ ਹੈ, ਸੰਤੁਲਨ ਹੈ। ਇਸ ਸੰਤੁਲਨ ਦੇ ਬਿੰਦੂ ਤੇ ਸੰਤੁਲਿਤ ਉਤਪਾਦਨ ਜਿਹੜਾ ਹੈ ਉਹ ਮਾਤਰਾ ਵਿੱਚ ਕੀਤਾ ਜਾਂਦਾ ਹੈ। ਜਦੋਂ ਅਸੀਂ ਇਸ ਨੂੰ ਔਸਤ ਆਮਦਨ ਤੱਕ ਐਕਸਟੈਂਡ ਕਰਦੇ ਹਾਂ, ਵਿਸਤਾਰ ਕਰਦੇ ਹਾਂ, ਤਾਂ ਕੀਮਤ ਜਿਹੜੀ ਹੈ ਏਕਾਧਿਕਾਰੀ ਪ੍ਰਤੀਯੋਗਿਤਾ ਦੇ ਅੰਤਰਗਤ ਫਰਮ ਜਿਹੜੀ ਹੈ ਕੀਮਤ ਉਹ ਵੀ ਨਿਸ਼ਚਿਤ ਕਰਦੀ ਹੈ ਜਾਂ MQ ਨਿਸ਼ਚਿਤ ਕਰਦੀ ਹੈ। ਅਤੇ ਇਸ ਸੰਤੁਲਿਤ ਕੀਮਤ ਦੇ ਉੱਤੇ ਜਾਂ ਸੰਤੁਲਨ ਬਿੰਦੂ ਦੇ ਉੱਤੇ ਜਿਹੜਾ ਔਸਤ ਲਾਗਤ ਹੈ ਉਹ ਹੈ SM, ਜਿਸ ਤਰ੍ਹਾਂ ਕਿ ਮੋਨੋਪੋਲੀ ਦੇ ਵਿੱਚ ਆਪਾਂ ਡਿਸਕਸ ਕਰਦੇ ਸੀ, ਸੇਮ। ਹੁਣ ਇਸ ਡਾਇਗਰਾਮ ਦੇ ਵਿੱਚ ਕੁੱਲ ਆਮਦਨ ਜਿਹੜੀ ਹੈ ਉਹ ਹੈ OPQM ਅਤੇ ਉਹ ਕੁੱਲ ਲਾਗਤ ਕਿੰਨਾ ਹੈ, ORSM। ਹੁਣ ਕੁੱਲ ਆਮਦਨ ਦੇ ਵਿੱਚੋਂ ਜੇ ਕੁੱਲ ਲਾਗਤ ਨੂੰ ਮਾਈਨਸ ਕਰ ਦਈਏ ਤਾਂ ਜਿਹੜਾ ਨੀਲਾ ਪੋਰਸ਼ਨ ਹੈ, ਸ਼ੇਡਡ ਪੋਰਸ਼ਨ ਹੈ, ਇਹ ਕੀ ਹੈ, ਸੁਪਰਨੋਰਮਲ ਪ੍ਰੋਫਿਟ। ਸੁਪਰਨੋਰਮਲ ਪ੍ਰੋਫਿਟ ਕਿਉਂ ਹੈ? ਕਿਉਂਕਿ ਸੰਤੁਲਨ ਬਿੰਦੂ ਤੇ ਔਸਤ ਆਮਦਨ ਔਸਤ ਲਾਗਤ ਦੇ ਨਾਲੋਂ ਜ਼ਿਆਦਾ ਹੈ। ਮੈਂ ਦੁਬਾਰਾ ਫਿਰ ਦੱਸਦਾ, ਔਸਤ ਆਮਦਨ ਇਸ ਕੇਸ 'ਚ ਕੀ ਹੈ, QM, ਅਤੇ ਔਸਤ ਲਾਗਤ ਕਿੰਨੀ ਹੈ, SM, ਅਤੇ ਸੰਤੁਲਨ ਬਿੰਦੂ ਕੀ ਹੈ, E। ਤਾਂ E ਸੰਤੁਲਨ ਬਿੰਦੂ ਤੇ ਔਸਤ ਆਮਦਨ QM ਅਤੇ ਔਸਤ ਲਾਗਤ ਕੀ ਹੈ, SM। ਕਿਉਂਕਿ ਔਸਤ ਆਮਦਨ ਔਸਤ ਲਾਗਤ ਨਾਲੋਂ ਜ਼ਿਆਦਾ ਹੈ, ਇਸ ਕਰਕੇ ਫਰਮ ਨੂੰ ਕੀ ਹੈ, ਸੁਪਰਨੋਰਮਲ ਪ੍ਰੋਫਿਟ ਹੈ। ਸੁਪਰਨੋਰਮਲ ਪ੍ਰੋਫਿਟ ਨੂੰ ਕੀ ਕਹਿ ਸਕਦੇ ਹਾਂ ਆਪਾਂ, ਅਸਧਾਰਨ ਲਾਭ। ਤਾਂ ਜ਼ਰੂਰੀ ਨਹੀਂ ਹੈ ਕਿ ਸੁਪਰਨੋਰਮਲ ਪ੍ਰੋਫਿਟ ਹੀ ਹੋਵੇ, ਤਾਂ ਫਰਮ ਨੂੰ ਲਾਸ ਵੀ ਹੋ ਸਕਦਾ ਹੈ, ਜਿਸ ਤਰ੍ਹਾਂ ਕਿ ਫਿਗਰ 3.4 ਚ ਦਿਖਾਇਆ ਗਿਆ ਹੈ। ਫਿਗਰ 3.4 ਦੇ ਵਿੱਚ ਔਸਤ ਆਮਦਨ ਸੀਮਾਂਤ ਆਮਦਨ ਵਕਰ AR MR ਹੈ ਅਤੇ ਇਸ ਡਾਇਗਰਾਮ ਦੇ ਵਿੱਚ AC ਐਵਰੇਜ ਕੋਸਟ ਹੈ, MC ਮਾਰਜਨਲ ਕੋਸਟ ਹੈ, ਸੀਮਾਂਤ ਲਾਗਤ ਹੈ। ਸੀਮਾਂਤ ਲਾਗਤ ਸੀਮਾਂਤ ਆਮਦਨ ਵਕਰ ਨੂੰ E ਬਿੰਦੂ ਤੇ ਕੱਟ ਰਹੀ ਹੈ ਅਤੇ E ਬਿੰਦੂ ਤੇ ਦੋਨਾਂ ਦਾ ਸੰਤੁਲਨ ਹੈ, ਇੱਕ ਦੂਜੇ ਦੇ ਬਰਾਬਰ ਨੇ। ਤਾਂ ਇਸ ਸੰਤੁਲਨ ਦੇ ਬਿੰਦੂ ਤੇ ਇਸ ਡਾਇਗਰਾਮ ਦੇ ਵਿੱਚ ਔਸਤ ਆਮਦਨ ਕਿੰਨਾ ਹੈ, KN, ਪਰੰਤੂ ਔਸਤ ਲਾਗਤ ਕਿੰਨੀ ਹੈ, HN। ਔਸਤ ਲਾਗਤ HN ਜ਼ਿਆਦਾ ਹੈ ਅਤੇ ਔਸਤ ਆਮਦਨ ਕਿੰਨੀ ਹੈ, KNO ਕੀ ਹੈ, ਘੱਟ ਹੈ। ਤਾਂ ਕਿਉਂਕਿ ਔਸਤ ਲਾਗਤ ਜ਼ਿਆਦਾ ਹੈ ਅਤੇ ਔਸਤ ਆਮਦਨ ਜ਼ਿਆਦਾ ਹੈ, ਐਵੇਂ ਕਹਿ ਲਈਏ ਕਿ ਵਸਤੂ ਨੂੰ ਵੇਚ ਕੇ ਜਿਹੜੀ ਆਮਦਨ ਹੋ ਰਹੀ ਹੈ ਉਹ ਤਾਂ ਹੋ ਰਹੀ ਹੈ KN, ਲੇਕਿਨ ਵਸਤੂ ਦਾ ਉਤਪਾਦਨ ਕਰਨ ਤੇ ਜਿਹੜਾ ਖਰਚਾ ਹੋ ਰਿਹਾ ਹੈ ਪ੍ਰਤੀ ਇਕਾਈ ਤੇ ਉਹ ਹੈ HN। ਤਾਂ ਹੁਣ ਕਿਉਂਕਿ ਲਾਗਤ ਜ਼ਿਆਦਾ ਹੈ, ਖਰਚਾ ਜ਼ਿਆਦਾ ਹੈ ਅਤੇ ਆਮਦਨ ਘੱਟ ਹੈ, ਤਾਂ ਫਿਰ ਫਰਮ ਨੂੰ ਕਿੰਨਾ ਲਾਸ ਹੋਏਗਾ, TGHK, ਕਿਉਂਕਿ ਇਸ ਦੇ ਵਿੱਚ ਕੁੱਲ ਆਮਦਨ ਹੋ ਗਿਆ OTKN ਅਤੇ ਕੁੱਲ ਲਾਗਤ ਕਿੰਨਾ ਹੋ ਗਿਆ, OGHN। ਤਾਂ ਕੁੱਲ ਲਾਗਤ ਕੁੱਲ ਆਮਦਨ ਦੇ ਨਾਲੋਂ ਕਿੰਨੀ ਜ਼ਿਆਦਾ ਹੈ, TGHK। ਤਾਂ ਫਰਮ ਨੂੰ ਲਾਸ ਵੀ ਹੋ ਸਕਦਾ ਹੈ ਅਤੇ
ਫਰਮ ਨੂੰ ਸ਼ਾਰਟ ਰਨ ਦੇ ਵਿੱਚ ਨੋਰਮਲ ਪ੍ਰੋਫਿਟ ਵੀ ਹੋ ਸਕਦਾ ਹੈ। ਇਸ 'ਚ LAC LMC ਦੀ ਜਗ੍ਹਾ ਤੇ LAC ਕੀ ਹੈ ਲੌਂਗ ਰਨ ਐਵਰੇਜ ਕੋਸਟ, LMC ਕੀ ਹੈ ਲੌਂਗ ਰਨ ਮਾਰਜਨ ਕੋਸਟ। ਤਾਂ ਜੇ LAC ਦੀ ਜਗ੍ਹਾ ਤੇ SAC ਲਿਖਦੀ ਹੈ ਅਤੇ LMC ਦੀ ਜਗ੍ਹਾ ਤੇ SMC ਲਿਖਦੀ ਹੈ, ਮਤਲਬ ਸ਼ਾਰਟ ਰਨ ਐਵਰੇਜ ਕੋਸਟ ਅਤੇ ਸ਼ਾਰਟ ਰਨ ਮਾਰਜਨ ਕੋਸਟ, ਤਾਂ ਸੰਤੁਲਨ ਬਿੰਦੂ ਤੇ औसत आमदन औसत लागत के बराबर है। तो औसत आमदन कितनी है PM और औसत लागत भी कितनी है PM और कुल आमदन कुल लागत के बराबर है, दैट इज OBPM। तो इस करके फर्म की होएगा नॉर्मल प्रॉफिट, साधारण लाभ। दीर्घकाल दे विच एकाधिकारी प्रतियोगिता के अंतर्गत फर्म को नॉर्मल प्रॉफिट होएगा। क्यों नॉर्मल प्रॉफिट होएगा? एक मानता ते आधारित है कि कोई भी फर्म जिहड़ी है एकाधिकारी प्रतियोगिता के अंतर्गत ग्रुप दे विच कदी भी शामिल हो सकती है, प्रवेश हो सकती है अते कदे भी छड्ड के जा सकती है। शामिल होने का की मतलब है कि कदी भी कोई भी फर्म उत्पादन को शुरू कर सकती है अते छड्ड के जाने का मतलब कोई भी फर्म उत्पादन को बंद कर सकती है। तो लॉन्ग रन दे विच ਇਹ ਇੱਕ ਇੰਡੀਵਿਜੂਅਲ ਫਰਮ ਦਾ ਲੌਂਗ ਰਨ ਐਵਰੇਜ ਕੋਸਟ ਹੈ ਕਿ ਇੰਡੀਵਿਜੂਅਲ ਫਰਮ ਨੂੰ ਨਾਰਮਲ ਪ੍ਰੋਫਿਟ ਹੋ ਰਿਹਾ ਹੈ। ਲੇਕਿਨ ਚੈਂਬਰਲੇਨ ਨੇ ਗਰੁੱਪ ਇਕੁਇਲੀਬਰੀਅਮ ਦੀ ਅਸੀਂ ਗੱਲ ਕਰ ਰਹੇ ਹਾਂ 3.7 ਦੇ ਵਿੱਚ। ਚੈਂਬਰਲੇਨ ਨੇ ਗਰੁੱਪ ਇਕੁਇਲੀਬਰੀਅਮ ਕਿਹਾ ਹੈ, ਇੰਡਸਟਰੀ ਨਹੀਂ ਕਿਹਾ, ਕਿਉਂਕਿ ਇੰਡਸਟਰੀ ਅਤੇ ਗਰੁੱਪ ਦੇ ਵਿੱਚ ਕੀ ਫਰਕ ਕੀਤਾ ਉਹਨਾਂ ਨੇ। ਇੰਡਸਟਰੀ ਦਾ ਮਤਲਬ ਉਦਯੋਗ ਦਾ ਮਤਲਬ ਹੁੰਦਾ ਹੈ ਇੱਕ ਤਰ੍ਹਾਂ ਦੀ ਵਸਤੂ ਨੂੰ ਬਣਾਉਣ ਵਾਲੀ ਫਰਮਾਂ ਦੇ ਸਮੂਹ ਨੂੰ ਅਸੀਂ ਕਹਿੰਦੇ ਹਾਂ ਇੰਡਸਟਰੀ। ਮਤਲਬ ਕਿ ਸਮਾਨ ਵਸਤੂ ਨੂੰ ਬਣਾਉਣ ਵਾਲੀ ਫਰਮਾਂ ਦੇ ਸਮੂਹ ਨੂੰ ਅਸੀਂ ਕਹਿੰਦੇ ਹਾਂ ਇੰਡਸਟਰੀ। ਮੈਂ ਇਸ ਨੂੰ ਹੋਰ ਤਰ੍ਹਾਂ ਪੇਸ਼ ਕਰਦਾ ਹੈ ਕਿ ਵਸਤੂ ਇੱਕ ਹੀ ਹੋਵੇ ਅਤੇ ਬਣਾਉਣ ਵਾਲੀਆਂ ਕਈ ਇਕਾਈਆਂ ਹੋਣ, ਉਹਨਾਂ ਇਕਾਈਆਂ ਦੇ ਸਮੂਹ ਨੂੰ ਅਸੀਂ ਕਹਿੰਦੇ ਹਾਂ ਇੰਡਸਟਰੀ ਜਾਂ ਉਦਯੋਗ। ਤਾਂ ਚੈਂਬਰਲੇਨ ਨੇ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਫਰਮਾਂ ਦੇ ਸਮੂਹ ਨੂੰ ਇੰਡਸਟਰੀ ਨਹੀਂ ਕਿਹਾ, ਗਰੁੱਪ ਕਿਹਾ। ਕਿਉਂ ਗਰੁੱਪ ਕਿਹਾ? ਕਿਉਂਕਿ ਹਰੇਕ ਫਰਮ ਜਿਹੜੀ ਹੈ ਸਮਾਨ ਵਸਤੂ ਨੂੰ ਪੈਦਾ ਨਹੀਂ ਕਰਦੀ, ਉਹ ਹਰੇਕ ਫਰਮ ਜਿਹੜੀ ਹੈ ਅਲੱਗ ਵਸਤੂ ਨੂੰ ਪੈਦਾ ਕਰਦੀ ਹੈ, ਭਿੰਨਤਾ ਵਾਲੀ ਵਸਤੂਆਂ ਨੂੰ ਪੈਦਾ ਕਰਦੀ ਹੈ, ਡਿਫਰੈਂਸ਼ੀਏਟਿਡ ਗੁੱਡਸ ਨੂੰ ਪੈਦਾ ਕਰਦੀ ਹੈ ਜਾਂ ਡਿਫਰੈਂਟ ਗੁੱਡਸ ਨੂੰ ਪੈਦਾ ਕਰਦੀ ਹੈ। ਇਸ ਕਰਕੇ ਉਹਨਾਂ ਨੇ ਕਿਹਾ ਕਿਉਂਕਿ ਵਸਤੂ ਸਮਾਨ ਨਹੀਂ ਹੈ, ਬੇਸ਼ੱਕ ਇੱਕ ਦੂਜੇ ਦੇ ਨਾਲ ਮਿਲਦੀ ਜੁਲਦੀ ਵਸਤੂ ਹੈ, ਇਸ ਕਰਕੇ ਇਸ ਇੱਕ ਮਿਲਦੀ ਜੁਲਦੀ ਵਸਤੂ ਨੂੰ ਬਣਾਉਣ ਵਾਲੀਆਂ ਜਿੰਨੀਆਂ ਵੀ ਫਰਮਾਂ ਨੇ ਉਹਨਾਂ ਸਾਰੀਆਂ ਫਰਮਾਂ ਦੇ ਗਰੁੱਪ ਨੂੰ, ਸਾਰੀਆਂ ਫਰਮਾਂ ਦੇ ਸਮੂਹ ਨੂੰ ਉਹਨਾਂ ਨੇ ਗਰੁੱਪ ਦਾ ਨਾਮ ਦਿੱਤਾ, ਇੰਡਸਟਰੀ ਦਾ ਨਾਮ ਨਹੀਂ ਦਿੱਤਾ। ਇਸ ਗਰੁੱਪ ਦੇ ਵਿੱਚ ਥੋੜੇ ਕਾਲ ਦੇ ਵਿੱਚ, ਅਲਪ ਕਾਲ ਦੇ ਵਿੱਚ, ਜਿਸ ਤਰ੍ਹਾਂ ਕਿ 3.6 ਦੇ ਵਿੱਚ ਦਿਖਾਇਆ ਗਿਆ ਹੈ, ਹਰੇਕ ਫਰਮ ਨੂੰ ਗਰੁੱਪ ਦੇ ਵਿੱਚ ਸੁਪਰਨੋਰਮਲ ਪ੍ਰੋਫਿਟ ਹੋ ਸਕਦਾ ਹੈ, ਜਿਸ ਤਰ੍ਹਾਂ ਕਿ ਡਾਇਗਰਾਮ 'ਚ ਦਿਖਾਇਆ ਗਿਆ। ਅਤੇ ਲੌਂਗ ਰਨ ਦੇ ਵਿੱਚ ਕੀ ਮਿਲੇਗਾ? ਨਾਰਮਲ ਪ੍ਰੋਫਿਟ, ਜਿਸ ਤਰ੍ਹਾਂ ਕਿ 3.7 'ਚ ਦਿਖਾਇਆ ਗਿਆ। ਇਹ ਅਸੀਂ ਕਰ ਲਿਆ ਇਕੁਇਲੀਬਰੀਅਮ ਅੰਡਰ ਮੋਨੋਪੋਲਿਸਟਿਕ ਕੰਪੀਟੀਸ਼ਨ। ਹੁਣ ਅਸੀਂ ਡਿਸਕਸ ਕਰਦੇ ਹਾਂ ਇਕੁਇਲੀਬਰੀਅਮ ਵਿਦ ਸੈਲਿੰਗ ਕਾਸਟ। ਇਕੁਇਲੀਬਰੀਅਮ ਵਿਦ ਸੈਲਿੰਗ ਕਾਸਟ ਕਰਨ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸੈਲਿੰਗ ਕਾਸਟ ਕੀ ਹੋਵੇ। ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਡਿਸਕਸ ਕੀਤਾ ਸੀਗਾ ਕਿ ਏਕਾਧਿਕਾਰੀ ਪ੍ਰਤੀਯੋਗਿਤਾ ਦੇ ਅੰਦਰ ਹਰੇਕ ਫਰਮ ਇੱਕ ਦੂਜੇ ਨਾਲੋਂ ਅਲੱਗ ਵਸਤੂ ਬਣਾਉਂਦੀ ਹੈ। ਹੁਣ ਜਿਹੜਾ ਖਰੀਦਦਾਰ ਹੈ ਉਸ ਨੂੰ ਕੀ ਪਤਾ ਲੱਗੇ ਕਿ ਕਿਹੜੀ ਵਸਤੂ ਵਧੀਆ ਕਿਹੜੀ ਵਸਤੂ ਘਟੀਆ ਹੈ। ਉਸ ਨੂੰ ਐਵੇਂ ਲੱਗਦਾ ਹੈ ਖਰੀਦਦਾਰ ਨੂੰ ਕਿ ਜਿਸ ਦੀ ਕੀਮਤ ਜ਼ਿਆਦਾ, ਜਿਸ ਵਸਤੂ ਦੀ ਕੀਮਤ ਜ਼ਿਆਦਾ ਉਹ ਸ਼ਾਇਦ ਵਧੀਆ ਹੋਏਗੀ ਅਤੇ ਜਿਸ ਦੀ ਕੀਮਤ ਸਸਤੀ ਹੈ ਉਹ ਸ਼ਾਇਦ ਘਟੀਆ ਹੋਏਗੀ। ਲੇਕਿਨ ਇਸ ਤਰ੍ਹਾਂ ਹੋ ਵੀ ਸਕਦਾ ਹੈ, ਨਹੀਂ ਵੀ ਹੋ ਸਕਦਾ। ਤਾਂ ਹਰੇਕ ਜਿਹੜੀ ਫਰਮ ਹੈ ਜਿਸ ਨੇ ਕੀਮਤ ਘੱਟ ਰੱਖੀ ਹੈ ਜਾਂ ਜਿਸ ਨੇ ਕੀਮਤ ਵੱਧ ਰੱਖੀ ਹੈ, ਉਹ ਗ੍ਰਾਹਕ ਨੂੰ ਜਾਂ ਵੇਚਣ ਵਾਲੇ ਨੂੰ, ਖਰੀਦਦਾਰ ਨੂੰ ਇਸ ਗੱਲ ਨੂੰ ਜਚਾਉਣ ਦੀ ਕੋਸ਼ਿਸ਼ ਕਰਦੇ ਹੈ ਕਿ ਸਾਡੀ ਵਸਤੂ ਜਿਹੜੀ ਹੈ ਉਹ ਵਧੀਆ ਹੈ, ਤੁਸੀਂ ਇਸ ਵਸਤੂ ਨੂੰ ਖਰੀਦੋ। ਜਿਸ ਤਰ੍ਹਾਂ ਲਕਸ ਦੀ ਐਡਵਰਟਾਈਜ਼ਮੈਂਟ ਹੁੰਦੀ ਹੈ, ਉਹ ਜਿੰਨੀਆਂ ਵੀ ਆਪਣੀਆਂ ਫਿਲਮ ਐਕਟਰਸਿਸ ਨੇ, ਫਿਲਮ ਸਟਾਰਸ ਨੇ, ਉਹਨਾਂ ਦੇ ਨਾਲ ਐਡਵਰਟਾਈਜ਼ਮੈਂਟ ਕਰਦੇ ਨੇ।
ਹਮਾਮ ਦੇ ਵਿੱਚ ਕਹਿੰਦੇ ਨੇ ਕਿ ਇਹ ਨੈਚੁਰਲ ਪ੍ਰੋਡਕਟ ਹੈ। ਲਾਈਫ ਬॉय ਦੀ ਐਡਵਰਟਾਈਜ਼ਮੈਂਟ ਕਰਦੇ ਨੇ ਕਿ ਇਹਦੇ ਨਾਲ ਚੁਸਤੀ ਬਹੁਤ ਜ਼ਿਆਦਾ ਆ ਜਾਂਦੀ ਹੈ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਡਿਫਰੈਂਟ ਪ੍ਰੋਡਕਟਸ ਨੇ, ਨਿੰਬੂ ਵਾਲੀ ਜਿਹੜੀ ਪ੍ਰੋਡਕਟ ਹੈ ਕੋਈ ਰੈਕਸੋਨਾ ਜਾਂ ਕੁਝ ਹੋਰ ਹੈ, ਉਹਦੇ ਨਾਲ ਸਾਨੂੰ ਜਿਹੜੀ ਲੀਡਲ ਦੀ ਸਾਬਣ ਹੈ ਉਹਦੇ ਨਾਲ ਸਾਨੂੰ ਤਾਜ਼ਗੀ ਬਹੁਤ ਆਉਂਦੀ ਹੈ। ਤਾਂ ਗਰਮੀਆਂ 'ਚ ਸਾਡੇ ਲਈ ਬਹੁਤ ਅੱਛੀ ਚੀਜ਼ ਹੈ। ਉਹ ਤਾਜ਼ਗੀ ਆਉਂਦੀ ਹੈ ਜਾਂ ਨਹੀਂ ਆਉਂਦੀ, ਲਾਈਫ ਬॉय ਯੂਜ਼ ਕਰਕੇ ਅਸੀਂ ਐਕਟਿਵ ਹੁੰਦੇ ਜਾਂ ਨਹੀਂ ਹੁੰਦੇ, ਦੈਟਸ ਅ ਸੈਪਰੇਟ ਇਸ਼ੂ, ਉਹ ਇੱਕ ਅਲੱਗ ਗੱਲ ਹੈ। ਲੇਕਿਨ ਐਡਵਰਟਾਈਜ਼ਮੈਂਟ ਦੇ ਰਾਹੀਂ ਉਹ ਸਾਨੂੰ ਇਹ ਜਚਾਉਣ ਦੀ ਕੋਸ਼ਿਸ਼ ਕਰਦੇ ਹੈ। ਇਸ ਨੂੰ ਜਚਾਉਣ ਦੇ ਲਈ ਉਹ ਕੀ ਕਰਦੇ ਹੈ, ਐਡਵਰਟਾਈਜ਼ਮੈਂਟ ਕਰਦੇ ਹੈ, ਅਤੇ ਐਡਵਰਟਾਈਜ਼ਮੈਂਟ ਵੀ ਕਰਦੇ ਹੈ ਅਤੇ ਪਬਲਿਸਿਟੀ ਵੀ ਕਰਦੇ ਹੈ। ਚਾਹੇ ਉਹ ਹੋਰਡਿੰਗਸ ਲਗਾਉਣ, बड़े बड़े बोर्ड लगान, चाहे न्यूज़पेपर्स दें, चाहे न्यूज़पेपर च पंफलेट्स दें, चाहे वो टैलीविजन दे विच, फिल्म दे विच अपनी एडवरटाइजमेंट्स दें, ਜਾਂ ਕਿਸੇ ਵੀ ਤਰੀਕੇ ਦੇ ਨਾਲ ਉਹ ਆਪਣੇ ਜਿਹੜਾ ਆਰਟਿਸਟ ਹੈ ਉਸ ਨੂੰ ਚੇਂਜ ਕਰ ਲੈਣ, ਜਾਂ ਸਮੇਂ-ਸਮੇਂ ਸਿਰ ਆਪਣੀ ਜਿਹੜੀ ਐਡਵਰਟਾਈਜ਼ਮੈਂਟ ਨੂੰ ਚੇਂਜ ਕਰ ਲੈਣ। ਚਾਹੇ ਉਹ ਨॉन प्राइस कंपटीशन, मतलब कि 3 ਸਾਬਣ ਖਰੀਦੇ 1 ਸਾਬਣ ਫ੍ਰੀ ਮਿਲੇਗੀ, ਜਾਂ ਸਾਬਣ ਦੀ ਜਿਹੜੀ ਕੁਆਂਟੀਟੀ ਹੈ ਉਸ ਨੂੰ ਵਧਾ ਲੈਣ। ਤਾਂ ਇਹਨਾਂ ਸਾਰਿਆਂ ਨੂੰ ਅਸੀਂ ਕੀ ਕਹਿੰਦੇ ਹਾਂ, ਸੈਲਿੰਗ ਕੋਸਟ ਕਹਿੰਦੇ ਹਾਂ। ਤਾਂ ਵਿਕਰੀ ਲਾਗਤਾਂ, ਇਸ ਵਿਕਰੀ ਲਾਗਤਾਂ ਦੇ ਨਾਲ ਜਿਹੜਾ ਇਕੁਇਲੀਬ੍ਰੀਅਮ ਕਿਸ ਤਰ੍ਹਾਂ ਹੁੰਦਾ ਹੈ ਉਹ ਅਸੀਂ ਡਿਸਕਸ ਕਰਦੇ ਹਾਂ। ਅੱਜ ਜਿਸ ਤਰ੍ਹਾਂ AR1, AR2, AR3 ਡਾਇਗਰਾਮ 3.8 'ਚ ਦਿਖਾਇਆ ਹੈ, AR1, AR2, AR3। AR1 ਤੋਂ ਹਾਇਰ ਹੈ AR2, AR2 ਤੋਂ ਹਾਇਰ ਹੈ AR3। ਪਹਿਲਾਂ ਤਾਂ ਇਹ ਤੁਹਾਨੂੰ ਸਪਸ਼ਟ ਹੋਣਾ ਚਾਹੀਦਾ ਹੈ ਕਿ ਐਵਰੇਜ ਰੈਵਨਿਊ ਕਰਵ ਨੂੰ ਅਸੀਂ ਡਿਮਾਂਡ ਕਰਵ ਵੀ ਕਹਿੰਦੇ ਹਾਂ, ਮੰਗ ਵਕਰ ਵੀ ਕਹਿੰਦੇ ਹਾਂ। ਜਿਉਂ-ਜਿਉਂ ਇੱਕ ਫਰਮ ਜਿਹੜੀ ਹੈ ਵਿਕਰੀ ਲਾਗਤਾਂ ਕਰਦੀ ਹੈ, ਸੈਲਿੰਗ ਕੋਸਟ ਕਰਦੀ ਹੈ, ਤਾਂ ਸੈਲਿੰਗ ਕੋਸਟ ਕਿਉਂ ਕਰਦੀ ਹੈ? ਕਿਉਂਕਿ ਉਸ ਦੇ ਨਾਲ ਫਰਮ ਨੂੰ ਦੀ ਜਿਹੜੀ ਡਿਮਾਂਡ ਹੈ, ਜਿਹੜੀ ਪ੍ਰੋਡਕਟ ਉਹ ਫਰਮ ਬਣਾ ਰਹੀ ਹੈ, ਉਸ ਦੀ ਜਿਹੜੀ ਮੰਗ ਹੈ ਉਹ ਕੀ ਹੈ, ਵੱਧਦੀ ਹੈ। ਲਾਗਤ ਵੀ ਵੱਧਦੀ ਹੈ, ਲੇਕਿਨ ਲਾਗਤ ਦੇ ਨਾਲੋਂ ਜ਼ਿਆਦਾ ਉਸ ਦੀ ਮੰਗ ਵੱਧਦੀ ਹੈ, ਅਤੇ ਮੰਗ ਵਧਣ ਦੇ ਨਾਲ ਉਸ ਦਾ ਜਿਹੜਾ ਪ੍ਰੋਫਿਟ ਹੈ ਉਹ ਕੀ ਹੈ, ਜ਼ਿਆਦਾ। ਜੇ ਪ੍ਰੋਫਿਟ ਨਾ ਵਧੇ ਤਾਂ ਫਰਮ ਜਿਹੜੀ ਹੈ ਆਪਣੀ ਵਿਕਰੀ ਲਾਗਤਾਂ ਨਹੀਂ ਕਰੇਗੀ। ਤਾਂ ਜਦੋਂ ਇੱਕ ਫਰਮ ਸੈਲਿੰਗ ਕੋਸਟ ਕਰਦੀ ਹੈ, ਮਤਲਬ ਵਿਕਰੀ ਲਾਗਤਾਂ ਕਰਦੀ ਹੈ, ਤਾਂ ਵਿਕਰੀ ਲਾਗਤਾਂ ਕਰਨ ਦੇ ਨਾਲ ਉਸ ਦੀ ਡਿਮਾਂਡ ਕਰਵ AR1 ਤੋਂ AR2, AR2 ਤੋਂ AR3 ਹੋ ਜਾਂਦੀ ਹੈ। ਤਾਂ ਸਭ ਤੋਂ ਨੀਚੇ ਜਿਹੜੀ APC ਕਰਵ ਹੈ, ਇਹਨੂੰ ਅਸੀਂ ਕਹਿੰਦੇ ਹਾਂ ਐਵਰੇਜ ਪ੍ਰੋਡਕਸ਼ਨ ਕੋਸਟ, ਮਤਲਬ ਔਸਤ ਉਤਪਾਦਨ ਲਾਗਤ। ਇਹ ਡਾਇਗਰਾਮ ਜਿਹੜੀ ਹੈ ਇਨਕੰਪਲੀਟ ਹੈ, ਮਤਲਬ ਕਿ ਜੇ ਅਸੀਂ ਕੰਪਲੀਟ ਡਾਇਗਰਾਮ ਬਣਾਈਏ, ਕੰਪਲੀਟ ਕਿਸ ਤਰ੍ਹਾਂ, ਮਤਲਬ ਕਿ ਇਹ ਐਵਰੇਜ ਪ੍ਰੋਡਕਸ਼ਨ ਕੋਸਟ ਬਣਾ ਲਈ, ਅਸੀਂ ਮਾਰਜਨਲ ਪ੍ਰੋਡਕਸ਼ਨ ਕੋਸਟ ਜਾਂ ਨਹੀਂ ਬਣਾਈ, AR ਦੇ ਨਾਲ ਅਸੀਂ MR ਕਰਵ ਨਹੀਂ ਬਣਾਈ, ਮਾਰਜਨਲ ਰੈਵਨਿਊ ਕਰਵ ਨਹੀਂ ਬਣਾਈ। ਜੇ ਅਸੀਂ ਇਹ ਡਾਇਗਰਾਮ ਕੰਪਲੀਟ ਕਰ ਲਾਂਗੇ ਤਾਂ ਡਾਇਗਰਾਮ ਇਹ ਨਹੀਂ ਕਿ ਡਾਇਗਰਾਮ ਗਲਤ ਹੈ, ਤਾਂ ਉਹ ਡਾਇਗਰਾਮ ਜਿਹੜੀ ਹੈ ਬਹੁਤ ਕੰਪਲਿਕੇਟਿਡ ਹੋ ਜਾਏਗੀ, ਬਹੁਤ ਜ਼ਿਆਦਾ ਗੁੰਝਲਦਾਰ ਹੋ ਜਾਏਗੀ, ਉਸ ਨੂੰ ਸਮਝਣਾ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ। ਤਾਂ ਇਸ ਕਰਕੇ ਤਾਂ ਇਹ ਐਵਰੇਜ ਪ੍ਰੋਡਕਸ਼ਨ ਕਾਸਟ ਜਦੋਂ ਹੁੰਦੀ ਹੈ ਸ਼ੁਰੂ ਵਿੱਚ, ਜਦੋਂ ਅਸੀਂ ਵਿਕਰੀ ਲਾਗਤਾਂ ਨਹੀਂ ਕਰਦੇ, ਤਾਂ ਫਰਮ ਨੂੰ ਜਿਹੜਾ ਲਾਭ ਹੈ ਉਹ ਹੁੰਦਾ ਹੈ SPQR, ਸਭ ਤੋਂ ਨੀਚੇ SPQR। ਇਹ ਸਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਇਹ ਲਾਭ ਹੈ? ਕਿਉਂਕਿ ਲਾਭ ਕਿਸ ਤਰ੍ਹਾਂ ਹੁੰਦਾ ਹੈ, ਔਸਤ ਆਮਦਨ ਅਤੇ ਔਸਤ ਲਾਗਤ ਦੇ ਵਿੱਚ ਜਿਹੜਾ ਅੰਤਰ ਹੈ ਉਹ ਸਾਡੇ ਕੋਲ ਸੁਪਰਨੋਮ ਪ੍ਰੋਫਿਟ ਹੋ ਗਿਆ। ਹੁਣ ਇਸ ਡਾਇਗਰਾਮ ਦੇ ਵਿੱਚ AR1 ਅਤੇ APC ਦੇ ਵਿੱਚ ਅਸੀਂ ਦੇਖਦੇ ਹਾਂ ਕਿ ਔਸਤ ਆਮਦਨ ਸਾਡੇ ਕੋਲ ਹੈ QM, ਅਤੇ ਔਸਤ ਜਿਹੜੀ ਲਾਗਤ ਹੈ, ਔਸਤ ਉਤਪਾਦਨ ਲਾਗਤ ਜਿਹੜੀ ਹੈ ਉਹ ਹੈ RM, ਕਿਉਂਕਿ ਔਸਤ ਆਮਦਨ ਔਸਤ ਲਾਗਤ ਨਾਲੋਂ ਜ਼ਿਆਦਾ ਹੈ। ਇਸ ਕਰਕੇ ਲਾਭ ਜਿਹੜਾ ਹੋ ਗਿਆ ਉਹ ਹੋ ਗਿਆ SPQR। ਜੇ ਇਸ ਡਾਇਗਰਾਮ ਨੂੰ ਇਕੱਲਾ ਦੇਖੀਏ ਤਾਂ ਕੁੱਲ ਆਮਦਨ ਹੋ ਗਿਆ OPQM, ਅਤੇ ਔਸਤ ਉਤਪਾਦਨ ਲਾਗਤ ਹੋ ਗਿਆ OSRM। ਕਿਉਂਕਿ ਲਾਗਤ ਘੱਟ ਹੈ ਅਤੇ ਆਮਦਨ ਜ਼ਿਆਦਾ ਹੈ, ਇਸ ਕਰਕੇ SPQR ਸਾਡੇ ਕੋਲ ਹੋ ਗਿਆ ਸੁਪਰਨੋਰਮਲ ਪ੍ਰੋਫਿਟ ਜਾਂ ਲਾਭ ਅਸੀਂ ਕਹਿ ਸਕਦੇ। ਜਦੋਂ ਫਰਮ ਸੈਲਿੰਗ ਕੋਸਟ ਕਰਦੀ ਹੈ, ਵਿਕਰੀ ਲਾਗਤਾਂ ਕਰਦੀ ਹੈ, ਤਾਂ ਇਹ APC ਜਿਹੜੀ ਐਵਰੇਜ ਪ੍ਰੋਡਕਸ਼ਨ ਕੋਸਟ ਹੈ, ਉਸ ਉਤਪਾਦਨ ਲਾਗਤ ਵੱਧ ਕੇ ACC ਬਣ ਜਾਂਦੀ ਹੈ, ਐਵਰੇਜ ਕੋਸਟ ਕਰਵ ਬਣ। ਇਹ ਐਵਰੇਜ ਕੋਸਟ ਕਰਵ ਦੇ ਵਿੱਚ, ਐਵਰੇਜ ਪ੍ਰੋਡਕਸ਼ਨ ਕੋਸਟ ਦੇ ਵਿੱਚ ਜੇ ਅਸੀਂ ਸੈਲਿੰਗ ਕੋਸਟ ਐਡ ਕਰ ਦਈਏ,
मतलब कि APC प्लस ASC एवरेज सैलिंग कॉस्ट ऐड कर दीए तो ये बन जाएगी एवरेज टोटल कॉस्ट। इनू एवरेज टोटल कॉस्ट भी कह सकते हैं, एवरेज कॉस्ट भी कह सकते हैं। तो हर एक कई किताबों में कुछ लिखा, कई कुछ लिखा, दोनों ही ठीक है। तो असी देखते हैं कि AR2 जो डिमांड कर्व AR1 तो AR2 हो जाती है, राइट हैंड साइड की शिफ्ट हो जाती है, तो लाभ भी SPQR ਦੇ ਨਾਲੋਂ ਲਾਭ ਵੱਧ ਕੇ ਹੋ ਜਾਂਦਾ ਹੈ S1 T1 Q1 R1, ਜਿਹੜਾ ਕਿ SPQR ਦੇ ਨਾਲੋਂ ਜ਼ਿਆਦਾ। ਇਹ ਜ਼ਿਆਦਾ ਕਿਉਂ ਹੈ? ਕਿਉਂਕਿ ਸੈਲਿੰਗ ਕੋਸਟ ਕਰਨ ਦੇ ਨਾਲ, ਵਿਕਰੀ ਲਾਗਤਾਂ ਕਰਨ ਦੇ ਨਾਲ ਐਵਰੇਜ ਕੋਸਟ ਵਿੱਚ ਤਾਂ ਵਾਧਾ ਹੋ ਗਿਆ, ਪਰ ਜਿੰਨਾ ਐਵਰੇਜ ਕੋਸਟ ਦੇ ਵਿੱਚ ਵਾਧਾ ਹੋਇਆ ਉਸ ਦੇ ਨਾਲੋਂ ਜ਼ਿਆਦਾ ਮੰਗ ਦੇ ਵਿੱਚ ਵਾਧਾ ਹੋ ਗਿਆ। ਮਤਲਬ ਕਿ ਐਵੇਂ ਕਹਿ ਸਕਦੇ ਹਾਂ ਮੋਟੇ ਤੌਰ ਤੇ ਆਪਣੀ ਲੇਮੈਨ ਭਾਸ਼ਾ ਦੇ ਵਿੱਚ ਕਿ ਗ੍ਰਾਹਕ ਜਿਹੜੇ ਨੇ ਉਹ ਜ਼ਿਆਦਾ ਆ ਗਏ, ਮਤਲਬ ਖਰੀਦਦਾਰਾਂ ਨੇ ਉਸ ਵਸਤੂ ਨੂੰ ਪਸੰਦ ਕੀਤਾ ਜਾਂ ਖਰੀਦਣਾ ਜ਼ਿਆਦਾ ਸ਼ੁਰੂ ਕਰਤਾ। ਜਿੰਨੀ ਲਾਗਤ ਦੇ ਵਿੱਚ ਵਾਧਾ ਹੋਇਆ ਉਸ ਨਾਲੋਂ ਕਿਤੇ ਜ਼ਿਆਦਾ ਮੰਗ ਦੇ ਵਿੱਚ ਵਾਧਾ ਹੋ ਗਿਆ, ਵਸਤੂ ਦੀ ਵਿਕਰੀ ਜ਼ਿਆਦਾ ਹੋ ਗਈ, ਜਿਸ ਦੇ ਨਾਲ ਲਾਭ ਵਿੱਚ ਵਾਧਾ ਹੋ ਗਿਆ। ਤਾਂ ਇਸ AR2 ਤੇ ਸਾਡੀ ਕੁੱਲ ਆਮਦਨ ਹੋ ਗਈ OP1 Q1 M1 ਅਤੇ ਕੁੱਲ ਲਾਗਤ ਹੋ ਗਈ OS1 R1 M1। ਤਾਂ ਕਿਉਂਕਿ ਕੁੱਲ ਆਮਦਨ ਦੇ ਨਾਲੋਂ ਕੁੱਲ ਲਾਗਤ ਜਿਹੜੀ ਹੈ ਉਹ ਘੱਟ ਹੈ, ਇਸ ਕਰਕੇ ਲਾਭ ਹੋ ਗਿਆ S1 T1 Q1 R1, ਜਿਹੜਾ ਕਿ ਵਿਕਰੀ ਲਾਗਤਾਂ ਜਦੋਂ ਨਹੀਂ ਕੀਤੀਆਂ ਸੀਗੀਆਂ ਉਸ ਨਾਲੋਂ ਜ਼ਿਆਦਾ। ਜੇ ਵਿਕਰੀ ਲਾਗਤਾਂ ਫਰਮ ਹੋਰ ਕਰਦੀ ਹੈ, ਜਿਸ ਤਰ੍ਹਾਂ ਮੈਂ ਥੋੜੀ ਦੇਰ ਪਹਿਲਾਂ ਦੱਸਿਆ, ਇੱਕ ਕੋਈ ਵੀ ਜਿੰਨੀ ਮਰਜ਼ੀ ਵਧੀਆ ਐਡਵਰਟਾਈਜ਼ਮੈਂਟ ਹੋਵੇ ਕਿਸੇ ਵੀ ਪ੍ਰੋਡਕਟ ਦੀ, ਜਿੰਨਾ ਮਰਜ਼ੀ ਵਧੀਆ ਫਿਲਮ ਸਟਾਰ ਕਿਉਂ ਨਾ ਹੋਵੇ, ਜਿੰਨੀ ਮਰਜ਼ੀ ਕਿਸੇ ਕਸਟਮਰ ਨੂੰ ਉਹ ਐਡਵਰਟਾਈਜ਼ਮੈਂਟ ਵਧੀਆ ਕਿਉਂ ਨਾ ਲੱਗਦੀ ਹੋਵੇ, ਕੁਝ ਟਾਈਮ ਬਾਅਦ ਉਸ ਨੂੰ ਉਹ ਐਡਵਰਟਾਈਜ਼ਮੈਂਟ ਚੇਂਜ ਕਰਨੀ ਪੈਂਦੀ ਹੈ। ਉਹ ਇੱਕ ਜਿਹੜਾ ਕਸਟਮਰ ਹੈ, ਜਿਹੜਾ ਦੇਖਣ ਵਾਲਾ ਹੈ, ਉਸ ਨੂੰ ਦੇਖ ਦੇਖ ਕੇ ਬੋਰ ਹੋ ਜਾਂਦਾ ਹੈ, ਤਾਂ ਉਹ ਉਸ ਨੂੰ ਆਪਣੀ ਜਿਹੜੀ ਐਡਵਰਟਾਈਜ਼ਮੈਂਟ ਹੈ ਉਸ ਤੇ ਜ਼ਿਆਦਾ ਖਰਚਾ ਕਰਨਾ ਪੈਂਦਾ ਹੈ, ਪਬਲਿਸਿਟੀ ਦੇ ਢੰਗ ਵਿੱਚ ਚੇਂਜ ਕਰਨਾ ਪੈਂਦਾ ਹੈ, ਜਿਹੜੀ ਵਸਤੂ ਹੈ, ਜਿਹੜੀ ਪ੍ਰੋਡਕਟ ਹੈ ਉਸ ਦੇ ਰੈਪਰ ਦੇ ਵਿੱਚ ਚੇਂਜ ਕਰਨਾ ਪੈਂਦਾ ਹੈ, ਉਸ ਦੇ ਕਲਰ ਦੇ ਵਿੱਚ ਚੇਂਜ ਕਰਨਾ ਪੈਂਦਾ ਹੈ, ਕਈ ਵਾਰੀ ਉਸ ਦੇ ਸਾਈਜ਼ ਦੇ ਵਿੱਚ ਚੇਂਜ ਕਰਨਾ ਪੈਂਦਾ ਹੈ, ਕਈ ਵਾਰੀ ਉਸ ਪ੍ਰੋਡਕਟ ਦੀ ਸ਼ੇਪ ਦੇ ਵਿੱਚ ਚੇਂਜ ਕਰਨਾ ਪੈਂਦਾ ਹੈ, ਕਈ ਵਾਰੀ ਉਸ ਦੇ ਆਰਟੀਫਿਸ਼ੀਅਲ ਨਾਮ ਦੇ ਵਿੱਚ ਚੇਂਜ ਕਰਨਾ ਪੈਂਦਾ ਹੈ। ਤਾਂ ਇਸ ਤਰ੍ਹਾਂ ਦੇ ਕੁਝ ਉਹਨਾਂ ਨੂੰ ਚੇਂਜਿਸ ਕਰਨੀਆਂ ਪੈਂਦੀਆਂ, ਜਿਸ ਦੇ ਨਾਲ ਉਸ ਦੀ ਜਿਹੜੀ ਵਿਕਰੀ ਲਾਗਤਾਂ ਵਿੱਚ ਵਾਧਾ ਹੁੰਦਾ ਹੈ। ਵਿਕਰੀ ਲਾਗਤਾਂ ਵਧਣ ਦੇ ਨਾਲ ਨਾਲ ਉਸ ਦੀ ਜਿਹੜੀ ਐਵਰੇਜ ਟੋਟਲ ਕਾਸਟ ਹੈ ਉਹ ਕੀ ਹੈ, ਵੱਧ ਜਾਂਦੀ ਹੈ। ਜਿਸ ਤਰ੍ਹਾਂ ACC ਬਣਨ ਦੇ ਨਾਲੋਂ ACC2 ਕੀ ਹੈ, ਜ਼ਿਆਦਾ ਹੋ ਗਈ, ਮਤਲਬ ਫਰਮ ਨੇ ਵਿਕਰੀ ਲਾਗਤਾਂ ਵਧਾਤੀਆਂ, ਵਿਕਰੀ ਲਾਗਤਾਂ ਵਧਾਤੀਆਂ, ਲੇਕਿਨ ਮੰਗ ਦੇ ਵਿੱਚ ਵਾਧਾ ਜ਼ਿਆਦਾ ਹੋ ਗਿਆ। ਮੰਗ ਜਿਹੜੀ ਹੈ AR2 ਤੋਂ ਵੱਧ ਕੇ ਕਿੰਨੀ ਹੋ ਗਈ, AR3 ਹੋ ਗਈ। ਜੇ ਤੁਸੀਂ ਡਾਇਗਰਾਮ 'ਚ ਦੇਖੋ AR1 ਅਤੇ AR2 'ਚ ਜਿੰਨਾ ਡਿਫਰੈਂਸ ਹੈ, ਜਿੰਨਾ ਗੈਪ ਹੈ, ਜਿੰਨਾ ਅੰਤਰ ਹੈ, ਉਸ ਅੰਤਰ ਦੇ ਨਾਲੋਂ AR2 ਅਤੇ AR3 ਦੇ ਵਿੱਚ ਅੰਤਰ ਕੀ ਹੈ, ਜ਼ਿਆਦਾ ਹੈ। ਮਤਲਬ ਕਿ ਵਿਕਰੀ ਲਾਗਤਾਂ ਕਰਨ ਅਤੇ ਕੁੱਲ ਆਮਦਨ ਜਿਹੜੀ ਹੈ ਉਹ P2 Q2 M2 ਹੋ ਜਾਂਦੀ ਹੈ, ਅਤੇ ਉਸ ਲਾਗਤ ਜਿਹੜੀ ਹੈ ਉਹ ਹੋ ਜਾਂਦੀ ਹੈ OS2 R2 M2। ਹੁਣ ਕਿਉਂਕਿ ਕੁੱਲ ਆਮਦਨ ਦੇ ਨਾਲੋਂ ਕੁੱਲ ਲਾਗਤ ਜਿਹੜੀ ਹੈ ਉਹ ਘੱਟ ਹੈ, ਇਸ ਕਰਕੇ ਲਾਭ ਜਿਹੜਾ ਹੈ ਉਹ S2 T2 Q2 R2 ਹੋ ਗਿਆ। ਇਹ ਲਾਭ ਜਿਹੜਾ ਹੈ ਪਹਿਲਾਂ ਦੇ ਲਾਭ ਦੇ ਨਾਲੋਂ ਜ਼ਿਆਦਾ ਹੈ। ਪਰੰਤੂ ਇਹ ਗੱਲ ਖਿਆਲ ਰੱਖਣੀ ਚਾਹੀਦੀ ਹੈ, ਜਿਹੜਾ ਕਿ ਇਸ ਡਾਇਗਰਾਮ 'ਚ ਨਹੀਂ ਦਿਖਾਇਆ ਗਿਆ। ਕਿਉਂ ਨਹੀਂ ਦਿਖਾਇਆ ਗਿਆ? ਕਿਉਂਕਿ ਡਾਇਗਰਾਮ ਜਿਹੜੀ ਹੈ ਅਗੇਨ ਕੰਪਲਿਕੇਟਡ ਹੋ ਜਾਂਦੀ ਹੈ। ਇਹ ਲਾਭ ਦੇ ਵਿੱਚ ਵਾਧਾ ਜਿਹੜਾ ਹੈ ਅਣਮਿੱਥੇ ਟਾਈਮ ਤੱਕ ਵੱਧਦਾ ਨਹੀਂ ਜਾਂਦਾ। ਐਸਾ ਨਹੀਂ ਹੈ ਕਿ ਅਸੀਂ ਵਿਕਰੀ ਲਾਗਤਾਂ ਵਧਾਈ ਜਾਵਾਂਗੇ, ਲਾਭ ਜਿਹੜਾ ਵਧੀ ਜਾਏਗਾ, ਡਿਮਾਂਡ ਕੀ ਹੈ ਵਧੀ ਜਾਏਗੀ, ਇਸ ਤਰ੍ਹਾਂ ਨਹੀਂ ਹੈ। ਇੱਕ ਸਟੇਜ ਇਹੋ ਜਿਹੀ ਆ ਜਾਂਦੀ ਹੈ ਜਦੋਂ ਫਰਮ ਆਪਣੀ ਵਿਕਰੀ ਲਾਗਤਾਂ ਹੋਰ ਵਧਾਉਣਾ ਬੰਦ ਕਰ ਦਿੰਦੀ ਹੈ। ਉਹ ਕਦੋਂ ਕਰ ਦਿੰਦੀ ਹੈ? ਜਦੋਂ ਵਿਕਰੀ ਲਾਗਤਾਂ ਹੋਰ ਕਰਨ ਦੇ ਨਾਲ ਮੰਗ ਵਿੱਚ ਵਾਧਾ ਤਾਂ ਹੁੰਦਾ ਹੈ, ਪਰੰਤੂ ਉਹਨਾਂ ਨਹੀਂ ਹੁੰਦਾ ਜਿੰਨਾ ਕਿ ਹੋਣਾ ਚਾਹੀਦਾ ਹੈ। ਜਦੋਂ ਉਸ ਦਾ ਲਾਭ ਘਟਣਾ ਸ਼ੁਰੂ ਹੋ ਜਾਵੇ ਪਹਿਲਾਂ ਦੇ ਨਾਲ, ਵਿਕਰੀ ਲਾਗਤਾਂ ਕਰਨ ਦੇ ਨਾਲ, ਤਾਂ ਫਰਮ ਜਿਹੜਾ ਹੈ ਆਪਣੀ ਵਿਕਰੀ ਲਾਗਤਾਂ ਜਿਹੜੀ ਆ ਉਹ ਘਟਾ ਦਿੰਦੀ ਹੈ ਜਾਂ ਬੰਦ ਕਰ ਦਿੰਦੀ ਹੈ। ਤਾਂ ਇਹ ਸੀਗੀ ਸੈਲਿੰਗ ਕਾਸਟ। ਹੁਣ ਅਸੀਂ ਡਿਸਕਸ ਕਰਦੇ ਹਾਂ ਐਕਸੈਸ ਕੈਪੈਸਿਟੀ।
theory of excess capacity under monopolistic competition। ये excess capacity क्यों हुई है? एक फर्म जिन्ना एक्चुअल आउटपुट करती है, वास्तविक उत्पादन करती है, ਅਤੇ जिन्ना ऑप्टिमम उत्पादन है, इष्टतम उत्पादन है, तो इन्हां दोनों ਦੇ ਵਿੱਚ ਜਿਹੜਾ ਅੰਤਰ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਐਕਸੈਸ ਕੈਪੈਸਿਟੀ, ਵਾਧੂ ਉਤਪਾਦਨ। ऑप्टिमम प्रोडक्शन ਕੀ ਹੁੰਦਾ ਹੈ, ਇਸ਼ਟਤਮ ਉਤਪਾਦਨ ਕੀ ਹੁੰਦਾ ਹੈ, ਜਦੋਂ ਫਰਮ न्यूनतम औसत लागत ਦੇ ਉੱਤੇ, मिनिमम एवरेज कॉस्ट ਦੇ ਉੱਤੇ, न्यूनतम एवरेज कॉस्ट ਦੇ ਉੱਤੇ ਉਤਪਾਦਨ ਕਰੇ ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਇਸ਼ਟਤਮ ਉਤਪਾਦਨ। ਜਦੋਂ ਫਰਮ ਮਿਨੀਮਮ ਐਵਰੇਜ ਕੋਸਟ ਤੇ ਉਤਪਾਦਨ ਨਾ ਕਰੇ ਅਤੇ ਜਿੰਨਾ ਉਸ ਤੋਂ ਘੱਟ ਉਤਪਾਦਨ ਕਰੇ ਤਾਂ ਨੈਚੁਰਲੀ ਐਕਚੁਅਲ ਆਊਟਪੁੱਟ ਜਿਹੜਾ ਹੈ, ਵਾਸਤਵਿਕ ਉਤਪਾਦਨ ਜਿਹੜਾ ਹੈ, ਇਸ਼ਟਤਮ ਉਤਪਾਦਨ ਦੇ ਨਾਲੋਂ ਕੀ ਹੋਏਗਾ, ਘੱਟ ਹੋਏਗਾ। ਮਤਲਬ ਜਿੰਨਾ ਫਰਮ ਉਤਪਾਦਨ ਕਰ ਸਕਦੀ ਹੈ, ਜੇ ਫਰਮ ਉਸ ਤੋਂ ਘੱਟ ਉਤਪਾਦਨ ਕਰਦੀ ਹੈ ਤਾਂ ਐਕਸੈਸ, ਉਸ ਪ੍ਰੋਡਕਸ਼ਨ ਨੂੰ, ਉਸ ਗੈਪ ਨੂੰ, ਉਸ ਅੰਤਰ ਨੂੰ ਅਸੀਂ ਕਹਿੰਦੇ ਹਾਂ ਐਕਸੈਸ ਪ੍ਰੋਡਕਸ਼ਨ। ਇਹ ਕਿਉਂ ਕਰ ਰਹੀ ਹੈ ਫਰਮ? ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ ਹੈ ਅਤੇ ਮੋਨੋਪੋਲੀ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ ਹੈ, ਸਪੈਸ਼ਲੀ ਇਨ ਦਾ ਲੌਂਗ ਰਨ। ਕਿਉਂ ਹੁੰਦਾ ਹੈ? ਕਿਉਂਕਿ ਮੋਨੋਪੋਲੀ ਦੇ ਵਿੱਚ ਵੀ ਅਤੇ ਮੋਨੋਪੋਲਿਸਟਿਕ ਕੰਪੀਟੀਸ਼ਨ 'ਚ ਵੀ, ਏਕਾਧਿਕਾਰੀ ਪ੍ਰਤੀਯੋਗਿਤਾ ਦੇ ਵਿੱਚ ਵੀ, ਜੇ ਫਰਮ ਆਪਣਾ ਉਤਪਾਦਨ ਘੱਟ ਕਰੇਗੀ, ਵਸਤੂ ਦਾ ਉਤਪਾਦਨ ਘੱਟ ਕਰੇਗੀ ਤਾਂ ਉਤਪਾਦਨ ਘੱਟ ਕਰਕੇ ਉਹ ਕੀਮਤ ਕੀ ਹੈ, ਜ਼ਿਆਦਾ ਵਸੂਲ ਕਰਦੀ ਹੈ, ਚਾਰਜ ਕਰਦੀ ਹੈ, ਪ੍ਰਾਈਸ ਨੂੰ ਜ਼ਿਆਦਾ ਡਿਟਰਮਿਨ ਕਰਦੀ ਹੈ। ਮਤਲਬ ਉਤਪਾਦਨ ਘੱਟ ਕਰਕੇ ਪ੍ਰਾਈਸ ਨੂੰ ਜ਼ਿਆਦਾ ਨਿਸ਼ਚਿਤ ਕਰਦੀ ਹੈ, ਜਿਸ ਦੇ ਨਾਲ ਉਸ ਨੂੰ ਲਾਭ ਕੀ ਹੈ, ਜ਼ਿਆਦਾ ਹੁੰਦਾ ਹੈ। ਮਤਲਬ ਜਿੰਨੀ ਵੀ ਉਹਦੀ ਕਪੈਸਿਟੀ ਆਫ ਪ੍ਰੋਡਕਸ਼ਨ ਹੈ, ਉਤਪਾਦਨ ਦੀ ਅਕਸ਼ਮਤਾ ਹੁੰਦੀ ਹੈ, ਉਸ ਉਤਪਾਦਨ ਦੀ ਪੂਰੀ ਅਕਸ਼ਮਤਾ ਨੂੰ ਏਕਾਧਿਕਾਰੀ ਪ੍ਰਤੀਯੋਗਿਤਾ ਵਿੱਚ ਵੀ ਅਤੇ ਏਕਾਧਿਕਾਰ ਦੇ ਵਿੱਚ ਵੀ ਫਰਮ ਯੂਜ਼ ਨਹੀਂ ਕਰਦੀ। ਲੇਕਿਨ ਪੂਰਨ ਪ੍ਰਤੀਯੋਗਿਤਾ ਦੇ ਅੰਤਰਗਤ, ਜਿਸ ਤਰ੍ਹਾਂ ਕਿ 3.6 ਡਾਇਗਰਾਮ 'ਚ ਦਿਖਾਇਆ ਗਿਆ, ਫਰਮ ਜਿਹੜੀ ਹੈ ਕੋਈ ਐਕਸੈਸ ਕੈਪੈਸਿਟੀ ਜਿਹੜੀ ਹੈ ਨਹੀਂ ਛੱਡਦੇ। ਮਤਲਬ ਜਿੰਨਾ ਫਰਮ ਮੈਕਸਿਮਮ ਉਤਪਾਦਨ ਕਰ ਸਕਦੀ ਹੈ ਉਨਾ ਉਤਪਾਦਨ ਕਰਦੀ ਹੈ, ਜਿੰਨਾ ਐਕਚੁਅਲ ਪ੍ਰੋਡਕਸ਼ਨ ਹੈ ਉਨਾ ਹੀ ਆਪਟੀਮਮ ਉਤਪਾਦਨ ਹੈ। ਜਿਸ ਤਰ੍ਹਾਂ ਕਿ ਇਸ ਡਾਇਗਰਾਮ 'ਚ ਦੇਖਿਆ ਹੈ ਕਿ ਈ ਬਿੰਦੂ ਦੇ ਉੱਤੇ ਸੰਤੁਲਨ ਹੈ। ਮਾਰਜਨਲ ਕੋਸਟ ਜਿਹੜਾ ਹੈ, ਲੌਂਗ ਰਨ ਮਾਰਜਨਲ ਕੋਸਟ ਜਿਹੜੀ ਹੈ, LMC ਲੌਂਗ ਰਨ ਮਾਰਜਨਲ ਕੋਸਟ, ਦੀਰਘਕਾਲੀਨ ਸੀਮਾਂਤ ਲਾਗਤ ਵਕਰ, ਈ ਬਿੰਦੂ ਤੇ ਮਾਰਜਨਲ ਰੈਵਨਿਊ ਕਰ ਨੂੰ ਘਟ ਰਹੀ ਹੈ ਅਤੇ ਇਸ ਬਿੰਦੂ ਤੇ ਐਵਰੇਜ ਕੋਸਟ ਜਿਹੜੀ ਹੈ ਉਹ ਨਿਊਨਤਮ ਹੈ, ਮਿਨੀਮਮ ਹੈ, ਸਭ ਤੋਂ ਹੇਠਲੇ ਬਿੰਦੂ ਤੋਂ ਘਟ ਰਹੀ ਹੈ। ਤਾਂ ਇਸ ਬਿੰਦੂ ਤੇ ਜਿੰਨਾ ਇੱਕ ਫਰਮ ਜਿਹੜੀ ਹੈ ਉਤਪਾਦਨ ਕਿੰਨਾ ਕਰ ਰਹੀ ਹੈ, ਉਹ ਕਿਉਂ, ਅਤੇ ਕਿੰਨਾ ਕਰ ਸਕਦੀ ਹੈ ਵੱਧ ਤੋਂ ਵੱਧ, ਉਹ ਕਿਉਂ, ਤਾਂ ਐਕਚੁਅਲ ਉਤਪਾਦਨ ਵੀ ਉਹ ਕਿਉਂ ਹੈ, ਮਤਲਬ ਵਾਸਤਵਿਕ ਉਤਪਾਦਨ ਵੀ ਉਹ ਕਿਉਂ ਹੈ, ਅਤੇ ਜਿਹੜਾ ਵੱਧ ਤੋਂ ਵੱਧ ਉਤਪਾਦਨ ਜਿੰਨਾ ਕਰ ਸਕਦੀ ਹੈ, ਇਸ਼ਟਤਮ ਮਤਲਬ ਮਿਨੀਮਮ ਕੋਸਟ ਤੇ ਜਿੰਨਾ ਉਤਪਾਦਨ ਕਰ ਸਕਦੀ ਹੈ, ਉਹ ਵੀ ਉਹ ਕਿਉਂ ਹੈ। ਤਾਂ ਇਹ ਪਰਫੈਕਟ ਕੰਪੀਟੀਸ਼ਨ 'ਚ ਹੋ ਗਿਆ। ਲੇਕਿਨ ਮੋਨੋਪੋਲਿਸਟਿਕ ਕੰਪੀਟੀਸ਼ਨ 'ਚ ਇਸ ਤਰ੍ਹਾਂ ਨਹੀਂ ਹੈ। ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਇੱਕ ਫਰਮ ਜਿਹੜੀ ਹੈ, ਜੇ ਅਸੀਂ ਡਾਇਗਰਾਮ 'ਚ ਦੇਖੀਏ, ਫਰਮ ਜਿਹੜਾ ਹੈ ਕਿੰਨਾ ਉਤਪਾਦਨ ਕਰਦੀ ਹੈ, ਉਹ ਕਰਦੀ ਹੈ OQ1। ਇੱਕ ਫਰਮ ਏਕਾਧਿਕਾਰੀ ਪ੍ਰਤੀਯੋਗਿਤਾ ਦੇ ਅੰਤਰਗਤ ਫਰਮ ਉਤਪਾਦਨ ਕਰ ਰਹੀ ਹੈ OQ1, ਜਦੋਂ ਕਿ ਨਿਊਨਤਮ ਉਤਪਾਦਨ, ਆਪਟੀਮਮ ਪ੍ਰੋਡਕਸ਼ਨ ਜਿਹੜਾ ਨਿਊਨਤਮ ਜਿਹੜੀ ਐਵਰੇਜ ਕੋਸਟ ਹੈ ਉਹ ਹੈ ਈ ਬਿੰਦੂ ਤੇ, ਅਤੇ ਫਰਮ ਉਤਪਾਦਨ ਕਿੰਨਾ ਕਰ ਸਕਦੀ ਹੈ, ਮਤਲਬ ਕਿ ਨਿਊਨਤਮ ਲਾਗਤ ਤੇ OQ। ਤਾਂ ਇਸ Q1 ਨੂੰ ਜਾਂ Q1 ਨੂੰ ਅਸੀਂ ਕਹਿੰਦੇ ਹਾਂ ਐਕਸੈਸ ਕੈਪੈਸਿਟੀ। ਦਿਸ ਇਜ਼ ਨੋਨ ਐਜ਼ ਐਕਸੈਸ ਕੈਪੈਸਿਟੀ। ਠੀਕ ਹੈ ਜੀ। ਤਾਂ ਇਹ ਮੋਨੋਪੋਲੀ 'ਚ ਵੀ ਪਾਇਆ ਜਾਂਦਾ ਹੈ ਅਤੇ ਮੋਨੋਪੋਲਿਸਟਿਕ ਕੰਪੀਟੀਸ਼ਨ 'ਚ ਵੀ ਪਾਇਆ ਜਾਂਦਾ ਹੈ। ਤਾਂ ਹੁਣ ਅਸੀਂ ਡਿਸਕਸ ਕਰਦੇ ਹਾਂ ਕਿ ਕੀ ਡਿਫਰੈਂਸ ਹੁੰਦਾ ਹੈ ਮੋਨੋਪੋਲੀ ਅਤੇ ਮੋਨੋਪੋਲਿਸਟਿਕ ਕੰਪੀਟੀਸ਼ਨ 'ਚ, ਅਤੇ ਮੋਨੋਪੋਲਿਸਟਿਕ ਕੰਪੀਟੀਸ਼ਨ ਅਤੇ ਪਰਫੈਕਟ ਕੰਪੀਟੀਸ਼ਨ 'ਚ, ਇਹਨਾਂ ਵਿੱਚ ਜਿਹੜਾ ਅੰਤਰ ਹੈ। ਪਹਿਲਾਂ ਅਸੀਂ ਡਿਸਕਸ ਕਰਦੇ ਹਾਂ ਕੰਪੈਰੀਜ਼ਨ ਬਿਟਵੀਨ ਮੋਨੋਪੋਲਿਸਟਿਕ ਕੰਪੀਟੀਸ਼ਨ ਐਂਡ ਪਰਫੈਕਟ ਕੰਪੀਟੀਸ਼ਨ, ਜਾਂ ਪਰਫੈਕਟ ਕੰਪੀਟੀਸ਼ਨ ਐਂਡ ਮੋਨੋਪੋਲਿਸਟਿਕ ਕੰਪੀਟੀਸ਼ਨ। ਪੂਰਨ ਪ੍ਰਤੀਯੋਗਿਤਾ ਅਤੇ ਏਕਾਧਿਕਾਰੀ ਪ੍ਰਤੀਯੋਗਿਤਾ ਵਿੱਚ ਕੀ ਅੰਤਰ ਹੁੰਦਾ ਹੈ।
ਤਾਂ ਪਹਿਲਾ ਹੈ ਨੇਚਰ ਆਫ ਪ੍ਰੋਡਕਟ, ਮਤਲਬ ਵਸਤੂ ਦੀ ਜਿਹੜੀ ਪ੍ਰਕਿਰਤੀ ਹੈ। ਪੂਰਨ ਪ੍ਰਤੀਯੋਗਤਾ 'ਚ ਸਾਨੂੰ ਪਤਾ ਹੈ ਕਿ ਗੁਡਸ ਆਰ ਹੋਮੋਜੀਨੀਅਸ ਇਨ ਨੇਚਰ। ਇਹਦਾ ਮਤਲਬ ਕੀ ਹੈ ਕਿ ਵਸਤੂਆਂ ਸਮਾਨ ਹੁੰਦੀਆਂ, ਉਹਨਾਂ ਵਿੱਚ ਕੋਈ ਭਿੰਨਤਾ ਨਹੀਂ ਹੁੰਦੀ। ਜਿੰਨੇ ਵੀ ਉਤਪਾਦਕ ਹੈ ਇੱਕੋ ਤਰ੍ਹਾਂ ਦੀ ਵਸਤੂ ਬਣਾਉਂਦੇ ਹੈ। ਲੇਕਿਨ ਏਕਾਧਿਕਾਰੀ ਪ੍ਰਤੀਯੋਗਿਤਾ ਦੇ ਵਿੱਚ ਅਸੀਂ ਦੱਸਿਆ ਹੈ ਕਿ ਵਸਤੂਆਂ ਦੇ ਵਿੱਚ ਭਿੰਨਤਾ ਪਾਈ ਜਾਂਦੀ ਹੈ, ਇੱਕ ਦੂਸਰੇ ਤੋਂ ਅਲੱਗ ਵਸਤੂਆਂ ਹੁੰਦੀਆਂ ਨੇ। ਦੂਸਰਾ ਹੈ ਨੰਬਰ ਆਫ ਬਾਇਰਸ ਐਂਡ ਸੈਲਰਸ, ਵੇਚਣ ਅਤੇ ਖਰੀਦਣ ਵਾਲਿਆਂ ਦੀ ਸੰਖਿਆ। ਪੂਰਨ ਪ੍ਰਤੀਯੋਗਿਤਾ ਦੇ ਵਿੱਚ ਵੇਚਣ ਅਤੇ ਖਰੀਦਣ ਵਾਲਿਆਂ ਦੀ ਸੰਖਿਆ ਬਹੁਤ ਜ਼ਿਆਦਾ ਹੁੰਦੀ ਹੈ। ਕਿੰਨੀ ਜ਼ਿਆਦਾ ਹੁੰਦੀ ਹੈ? ਅਣਗਿਣਤ। ਅਤੇ ਮੋਨੋਪੋਲਿਸਟਿਕ ਕੰਪੀਟੀਸ਼ਨ 'ਚ ਵੀ ਵੇਚਣ ਅਤੇ ਖਰੀਦਣ ਵਾਲਿਆਂ ਦੀ ਸੰਖਿਆ ਬਹੁਤ ਜ਼ਿਆਦਾ ਹੁੰਦੀ ਹੈ, ਲੇਕਿਨ ਪੂਰਨ ਪ੍ਰਤੀਯੋਗਿਤਾ ਦੇ ਨਾਲੋਂ ਘੱਟ। ਫਿਰ ਤੀਸਰਾ ਹੈ ਡਿਗਰੀ ਆਫ ਨੌਲੇਜ, ਗਿਆਨ ਦਾ ਦਰਜਾ ਹੈ। ਪੂਰਨ ਪ੍ਰਤੀਯੋਗਿਤਾ ਦੇ ਵਿੱਚ ਵੇਚਣ ਵਾਲਿਆਂ ਨੂੰ ਵੀ ਅਤੇ ਖਰੀਦਣ ਵਾਲਿਆਂ ਨੂੰ ਵੀ ਬਾਜ਼ਾਰ ਬਾਰੇ ਪੂਰੀ ਨੌਲੇਜ, ਪੂਰਨ ਗਿਆਨ। ਲੇਕਿਨ ਏਕਾਧਿਕਾਰੀ ਪ੍ਰਤੀਯੋਗਿਤਾ ਦੇ ਅੰਤਰਗਤ ਵੇਚਣ ਵਾਲਿਆਂ ਨੂੰ ਵੀ ਅਤੇ ਖਰੀਦਣ ਵਾਲਿਆਂ ਨੂੰ ਵੀ ਬਾਜ਼ਾਰ ਦਾ ਪੂਰਾ ਗਿਆਨ ਨਹੀਂ, ਨੌਲੇਜ ਪੂਰੀ ਨਹੀਂ। ਚੌਥਾ ਹੈ ਨੇਚਰ ਆਫ ਡਿਮਾਂਡ ਕਰਵ, ਮੰਗ ਵਕਰ ਦੀ ਪ੍ਰਕਿਰਤੀ। ਪੂਰਨ ਪ੍ਰਤੀਯੋਗਿਤਾ ਦੇ ਅੰਤਰਗਤ ਜਿਹੜੀ ਮੰਗ ਵਕਰ ਹੈ ਉਹ ਐਕਸ ਅਕਸ਼ ਦੇ ਸਮਾਨਾਂਤਰ ਹੁੰਦੀ ਹੈ। AR-MR ਜਿਹੜੀ ਹੈ ਔਸਤ ਆਮਦਨ ਸੀਮਾਂਤ ਆਮਦਨ ਦੇ ਬਰਾਬਰ ਹੁੰਦੀ ਹੈ, ਅਤੇ ਇਹ ਦੋਨੋਂ ਕਰਵ ਜਿਹੜੀਆਂ ਨੇ, ਹੁੰਦੀ ਕਰਵ ਇੱਕੋ ਹੀ ਹੈ, ਇੱਕ ਦੂਜੇ ਦੇ ਬਰਾਬਰ ਹੁੰਦੀ ਹੈ ਅਤੇ ਐਕਸ ਅਕਸ਼ ਦੇ ਸਮਾਨਾਂਤਰ ਹੁੰਦੀ ਹੈ, ਹੌਰੀਜ਼ੌਂਟਲ ਹੁੰਦੀ ਹੈ। ਲੇਕਿਨ ਮੋਨੋਪੋਲਿਸਟਿਕ ਕੰਪੀਟੀਸ਼ਨ 'ਚ ਏਕਾਧਿਕਾਰੀ ਪ੍ਰਤੀਯੋਗਿਤਾ ਦੇ ਵਿੱਚ ਔਸਤ ਆਮਦਨ ਦੀ ਵੀ ਅਤੇ ਸੀਮਾਂਤ ਆਮਦਨ ਦੀ ਢਲਾਨ ਹੇਠਾਂ ਉੱਪਰ ਤੋਂ ਹੇਠਾਂ ਵੱਲ ਨੂੰ ਹੁੰਦੀ ਹੈ, ਜਿਸ ਤਰ੍ਹਾਂ ਕਿ ਮੋਨੋਪੋਲੀ ਤਰ੍ਹਾਂ ਹੁੰਦੀ ਹੈ। ਮੋਨੋਪੋਲੀ ਦੇ ਵਿੱਚ ਇਲਾਸਟਿਸਿਟੀ ਘੱਟ ਹੁੰਦੀ ਹੈ, ਮੋਨੋਪੋਲਿਸਟਿਕ ਕੰਪੀਟੀਸ਼ਨ 'ਚ ਇਲਾਸਟਿਸਿਟੀ ਕੀ ਹੈ? ਜ਼ਿਆਦਾ ਹੁੰਦੀ ਹੈ। ਇੰਨਾ ਕੁ ਫਰਕ ਹੈ। ਜੇ ਅਸੀਂ ਇੰਪਲੀਕੇਸ਼ਨਸ ਰਿਗਾਰਡਿੰਗ ਡਿਸੀਜਨਸ ਦੀ ਗੱਲ ਕਰੀਏ ਕਿ ਜਿਹੜੇ ਫੈਸਲੇ ਨੇ ਉਹ ਕਿਸ ਤਰ੍ਹਾਂ ਹੈ, ਪੂਰਨ ਪ੍ਰਤੀਯੋਗਿਤਾ ਦੇ ਅੰਤਰਗਤ ਕੋਈ ਕੀਮਤ ਜਾਂ ਉਤਪਾਦਨ ਨਿਸ਼ਚਿਤ ਕਰਨ ਸਮੇਂ ਫਰਮ ਨੂੰ ਵਿਕਰੀ ਲਾਗਤਾਂ ਨਹੀਂ ਕਰਨੀ ਪੈਂਦੀਆਂ, ਕਿਉਂਕਿ ਵੇਚਣ ਵਾਲੇ ਨੂੰ ਵੀ ਅਤੇ ਖਰੀਦਣ ਵਾਲੇ ਨੂੰ ਵੀ ਮਾਰਕੀਟ ਦੇ ਬਾਰੇ ਪੂਰਾ ਗਿਆਨ ਹੈ। ਇਸ ਕਰਕੇ ਖਰੀਦਦਾਰਾਂ ਨੂੰ ਕੋਈ ਪ੍ਰਭਾਵਿਤ ਨਹੀਂ ਕਰ ਸਕਦੇ ਵੇਚਣ ਵਾਲੇ, ਮਤਲਬ ਕਿ ਜਿਹੜਾ ਫਰਮ ਹੈ ਉਹ ਵਿਕਰੀ ਲਾਗਤਾਂ ਕਰਕੇ ਉਸਦੇ ਆਪਣੇ ਡਿਮਾਂਡ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਲੇਕਿਨ ਆਪਣੀ ਕੀਮਤ ਅਤੇ ਉਤਪਾਦਨ ਨੂੰ ਨਿਸ਼ਚਿਤ ਕਰਨ ਦੇ ਲਈ ਜਾਂ ਮੰਗ ਨੂੰ ਵਧਾਉਣ ਦੇ ਲਈ, ਉਤਪਾਦਨ ਨੂੰ ਘੱਟ ਕਰਨ ਦੇ ਲਈ ਜਾਂ ਕੀਮਤ ਨੂੰ ਵਧਾਉਣ ਦੇ ਲਈ, ਆਪਣੇ ਫੈਸਲਿਆਂ ਦੇ ਵਿੱਚ ਨੂੰ ਪ੍ਰਭਾਵਿਤ ਕਰਨ ਦੇ ਲਈ, ਫੈਸਲੇ ਕਿਸ ਦੇ ਸੰਬੰਧਿਤ? ਕੀਮਤ ਅਤੇ ਉਤਪਾਦਨ ਨੂੰ ਫੈਸਲੇ ਲੈਣ ਦੇ ਸੰਬੰਧਿਤ, ਮੰਗ ਨੂੰ ਪ੍ਰਭਾਵਿਤ ਕਰਨ ਦੇ ਲਈ ਏਕਾਧਿਕਾਰੀ ਪ੍ਰਤੀਯੋਗਿਤਾ ਦੇ ਅੰਤਰਗਤ ਵਿਕਰੀ ਲਾਗਤਾਂ ਫਰਮ ਨੂੰ ਕਰਨੀਆਂ ਪੈਂਦੀਆਂ। ਫਿਰ ਅਸੀਂ ਜੇ ਲਈਏ ਮੈਕਸਿਮਮ ਪ੍ਰੋਫਿਟ। ਮੈਕਸਿਮਮ ਪ੍ਰੋਫਿਟ ਜਿਹੜਾ ਹੈ, ਜੇ ਅਸੀਂ ਲੌਂਗ ਰਨ ਦੀ ਗੱਲ ਕਰੀਏ, ਸ਼ਾਰਟ ਰਨ ਦੇ ਵਿੱਚ, ਅਲਪਕਾਲ ਦੇ ਵਿੱਚ ਤਾਂ ਪਰਫੈਕਟ ਕੰਪੀਟੀਸ਼ਨ 'ਚ ਵੀ ਅਤੇ ਮੋਨੋਪੋਲਿਸਟਿਕ ਕੰਪੀਟੀਸ਼ਨ 'ਚ ਵੀ ਕਿਸੇ ਫਰਮ ਨੂੰ ਸੁਪਨਾ ਪ੍ਰੋਫਿਟ, ਨਾਨ ਪ੍ਰੋਫਿਟ ਜਾਂ ਲਾਸ ਹੋ ਸਕਦਾ ਹੈ। ਲੇਕਿਨ ਲੌਂਗ ਰਨ ਦੇ ਵਿੱਚ ਪੂਰਨ ਪ੍ਰਤੀਯੋਗਿਤਾ ਦੇ ਵਿੱਚ ਵੀ ਅਤੇ ਮੋਨੋਪੋਲਿਸਟਿਕ ਕੰਪੀਟੀਸ਼ਨ 'ਚ ਵੀ ਫਰਮ ਨੂੰ ਕੀ ਹੁੰਦਾ ਹੈ? ਨਾਰਮਲ ਪ੍ਰੋਫਿਟ ਹੁੰਦਾ ਹੈ। ਠੀਕ ਹੈ ਜੀ। ਤਾਂ ਫਿਰ ਕੰਪੈਰੀਜ਼ਨ ਰਿਗਾਰਡਿੰਗ ਪ੍ਰਾਈਸ, ਕੀਮਤ। ਪੂਰਨ ਪ੍ਰਤੀਯੋਗਿਤਾ ਦੇ ਨਾਲੋਂ ਏਕਾਧਿਕਾਰੀ ਪ੍ਰਤੀਯੋਗਿਤਾ ਦੇ ਅੰਤਰਗਤ ਕੀਮਤ ਜ਼ਿਆਦਾ ਹੁੰਦੀ ਹੈ ਅਤੇ ਉਤਪਾਦਨ ਕੀ ਹੈ? ਘੱਟ। ਜਾਂ ਦੂਜੇ ਸ਼ਬਦਾਂ 'ਚ ਕਹਿ ਲਈਏ ਕਿ ਪੂਰਨ ਪ੍ਰਤੀਯੋਗਿਤਾ ਦੇ ਅੰਤਰਗਤ ਏਕਾਧਿਕਾਰੀ ਪ੍ਰਤੀਯੋਗਿਤਾ ਦੇ ਅੰਤਰਗਤ ਫਰਮ ਦੁਆਰਾ ਨਿਰਧਾਰਿਤ ਕੀਮਤ ਦੇ ਨਾਲੋਂ ਕੀਮਤ ਘੱਟ ਹੋਏਗੀ ਅਤੇ ਉਤਪਾਦਨ ਕੀ ਹੈ? ਜ਼ਿਆਦਾ। ਮੈਂ ਇਸ ਨੂੰ ਫਿਰ ਕਹਿੰਦਾ ਕਿ ਪੂਰਨ ਪ੍ਰਤੀਯੋਗਿਤਾ ਦੇ ਵਿੱਚ ਕੀਮਤ ਘੱਟ ਅਤੇ ਉਤਪਾਦਨ ਜ਼ਿਆਦਾ, ਜਦੋਂ ਕਿ ਏਕਾਧਿਕਾਰੀ ਪ੍ਰਤੀਯੋਗਿਤਾ ਦੇ ਵਿੱਚ ਕੀਮਤ ਜ਼ਿਆਦਾ ਅਤੇ ਉਤਪਾਦਨ ਘੱਟ। ਅਤੇ ਆਊਟਪੁੱਟ ਦਾ ਵੀ ਕੰਪੈਰੀਜ਼ਨ ਹੋ ਗਿਆ। ਫਿਰ ਜੇ ਪ੍ਰੋਫਿਟ ਦੀ ਗੱਲ ਕਰ ਸਕਦੇ ਹਾਂ ਤਾਂ ਪ੍ਰੋਫਿਟ ਵੀ ਅਸੀਂ ਕਰ ਚੁੱਕੇ ਹਾਂ ਕਿ ਲੌਂਗ ਰਨ ਦੇ ਵਿੱਚ ਦੋਨਾਂ ਨੂੰ ਪ੍ਰੋਫਿਟ ਜਿਹੜਾ ਹੈ ਉਹ ਨਾਰਮਲ ਪ੍ਰੋਫਿਟ ਹੁੰਦਾ।
क्योंकि दोनों हालतों ਦੇ ਵਿੱਚ ਕੋਈ ਵੀ ਫਰਮ ਕਦੇ ਵੀ ਐਂਟਰ ਕਰ ਸਕਦੀ ਹੈ, ਕਦੇ ਵੀ ਛੱਡ ਕੇ ਜਾ ਸਕਦੀ ਹੈ। ਤਾਂ ਇਹ ਸੀਗਾ ਪਰਫੈਕਟ ਕੰਪੀਟੀਸ਼ਨ ਅਤੇ ਮੋਨੋਪੋਲਿਸਟਿਕ ਕੰਪੀਟੀਸ਼ਨ ਦਾ ਕੰਪੈਰੀਜ਼ਨ, ਤੁਲਨਾ। ਜੇ ਹੁਣ ਅਸੀਂ ਕੰਪੈਰੀਜ਼ਨ ਬਿਟਵੀਨ ਮੋਨੋਪੋਲਿਸਟਿਕ ਕੰਪੀਟੀਸ਼ਨ ਅਤੇ ਮੋਨੋਪੋਲੀ ਦੇ ਵਿੱਚ ਕਰੀਏ, ਮੋਨੋਪੋਲੀ ਅਤੇ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਕਰੀਏ, ਤਾਂ ਅਸੀਂ ਪਹਿਲਾਂ ਦੇਖ ਸਕਦੇ ਹਾਂ ਨੇਚਰ ਆਫ ਪ੍ਰੋਡਕਟ। ਜੇ ਨੇਚਰ ਆਫ ਪ੍ਰੋਡਕਟ ਦੇਖੀਏ ਤਾਂ ਮੋਨੋਪੋਲੀ ਦੇ ਵਿੱਚ ਵਸਤੂ ਸਮਾਨ ਵੀ ਹੋ ਸਕਦੀ ਹੈ ਅਤੇ ਭਿੰਨਤਾ ਵਾਲੀ ਵੀ ਹੋ ਸਕਦੀ ਹੈ, ਹੈਟਰੋਜੀਨਸ ਵੀ ਹੋ ਸਕਦੀ ਹੈ, ਹੋਮੋਜੀਨਸ ਵੀ ਹੋ ਸਕਦੀ ਹੈ। ਲੇਕਿਨ ਏਕਾਧਿਕਾਰੀ ਪ੍ਰਤੀਯੋਗਿਤਾ ਦੇ ਅੰਤਰਗਤ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਵਸਤੂ ਜਿਹੜੀ ਹੈ ਉਹ ਭਿੰਨਤਾ ਵਾਲੀ ਹੁੰਦੀ ਹੈ, ਪ੍ਰੋਡਕਟ ਜਿਹੜੀ ਹੈ ਉਹ ਡਿਫਰੈਂਸ਼ੀਏਟਡ ਹੁੰਦੀ ਹੈ। ਫਿਰ ਨੰਬਰ ਆਫ ਸੈਲਰਸ ਐਂਡ ਬਾਇਰਸ, ਮੋਨੋਪੋਲੀ ਦੇ ਵਿੱਚ ਨੰਬਰ ਆਫ ਸੈਲਰ ਇੱਕੋ ਹੀ ਹੁੰਦਾ, ਇੱਕ ਹੀ ਵੇਚਣ ਵਾਲਾ ਹੁੰਦਾ ਹੈ, ਨਾ ਇੱਕ ਤੋਂ ਘੱਟ ਨਾ ਇੱਕ ਤੋਂ ਜ਼ਿਆਦਾ। ਲੇਕਿਨ ਖਰੀਦਦਾਰ ਕਈ ਹੋ ਸਕਦੇ ਹਨ। ਲੇਕਿਨ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਵੇਚਣ ਵਾਲੇ ਵੀ ਕਾਫੀ ਜ਼ਿਆਦਾ ਹੁੰਦੇ ਹਨ ਅਤੇ ਖਰੀਦਦਾਰ ਵੀ ਕਾਫੀ ਜ਼ਿਆਦਾ ਹੁੰਦੇ ਹਨ। ਫਿਰ ਐਂਟਰੀ ਆਫ ਨਿਊ ਫਰਮਸ, ਮੋਨੋਪੋਲੀ ਦੇ ਵਿੱਚ ਕੋਈ ਵੀ ਫਰਮ ਪ੍ਰਵੇਸ਼ ਨਹੀਂ ਕਰ ਸਕਦੀ, ਕੋਈ ਉਤਪਾਦਨ ਸ਼ੁਰੂ ਨਹੀਂ ਕਰ ਸਕਦੀ, ਕਿਉਂਕਿ ਜੇ ਮੋਨੋਪੋਲੀ ਦੇ ਵਿੱਚ ਕੋਈ ਫਰਮ ਹੋਰ ਫਰਮ ਉਤਪਾਦਨ ਸ਼ੁਰੂ ਕਰ ਦਿੰਦੀ ਹੈ, ਦੋ ਫਰਮਾਂ ਹੋ ਜਾਂਦੀਆਂ ਤਾਂ ਇਹ ਡੂਓਪੋਲੀ ਕਹਿ ਦਿੰਦੇ ਨੇ। ਜੇ ਦੋ ਤੋਂ ਥੋੜ੍ਹੀਆਂ ਜ਼ਿਆਦਾ ਹੋ ਜਾਣ ਤਾਂ ਓਲੀਗੋਪੋਲੀ ਕਹਿ ਦਿੰਦੇ, ਜਿਹਨੂੰ ਅਸੀਂ ਫਿਊ ਨੰਬਰ ਆਫ ਫਰਮਸ ਕਹਿ ਦਿੰਦੇ ਹਾਂ। ਜੇ ਕਾਫੀ ਜ਼ਿਆਦਾ ਹੋ ਜਾਣ ਤਾਂ ਅਸੀਂ ਮੋਨੋਪੋਲਿਸਟਿਕ ਕੰਪੀਟੀਸ਼ਨ ਕਹਿ ਦਿੰਦੇ, ਪ੍ਰੋਡਕਟ ਡਿਫਰੈਂਸ਼ੀਏਸ਼ਨ ਨਾਲ ਹੋਵੇ। ਤਾਂ ਕੋਈ ਫਰਮ ਨਾ ਐਂਟਰ ਕਰ ਸਕਦੀ ਹੈ ਨਾ ਛੱਡ ਕੇ ਜਾ ਸਕਦੀ ਹੈ, ਕਿਉਂਕਿ ਜੇ ਇੱਕੋ ਹੀ ਫਰਮ ਉਤਪਾਦਨ ਕਰ ਰਹੀ ਹੈ, ਉਤਪਾਦਨ ਬੰਦ ਕਰ ਦੇਵੇ ਤਾਂ ਵੈਸੇ ਹੀ ਮੋਨੋਪੋਲੀ ਖਤਮ ਹੋ ਜਾਏਗੀ। ਲੇਕਿਨ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਰਿਸਟ੍ਰਿਕਸ਼ਨ, ਕੋਈ ਪ੍ਰਤੀਬੰਧ ਨਹੀਂ ਹੁੰਦਾ ਕਿ ਕੋਈ ਫਰਮ ਉਤਪਾਦਨ ਨੂੰ ਸ਼ੁਰੂ ਨਹੀਂ ਕਰ ਸਕਦੀ ਜਾਂ ਉਤਪਾਦਨ ਬੰਦ ਨਹੀਂ ਕਰ ਸਕਦੀ। ਫਿਰ ਡਿਗਰੀ ਆਫ ਨੌਲੇਜ, ਅੰਡਰ ਮੋਨੋਪੋਲੀ ਦੇ ਵਿੱਚ ਅਸੀਂ ਇਹ ਅਜ਼ਿਊਮ ਕਰਦੇ ਹਾਂ, ਮੰਨ ਕੇ ਚੱਲਦੇ ਹਾਂ ਕਿ ਬਾਇਰਸ ਐਂਡ ਸੈਲਰਸ ਨੂੰ ਮਾਰਕੀਟ ਕੰਡੀਸ਼ਨ ਦੇ ਬਾਰੇ ਨੌਲੇਜ ਹੁੰਦੀ ਹੈ, ਪੂਰੀ ਨੌਲੇਜ ਹੁੰਦੀ ਹੈ। ਲੇਕਿਨ ਏਕਾਧਿਕਾਰੀ ਪ੍ਰਤੀਯੋਗਿਤਾ ਦੇ ਅੰਤਰਗਤ ਇਸ ਤਰ੍ਹਾਂ ਦਾ ਕੁਝ ਨਹੀਂ। ਫਿਰ ਜੇ ਅਸੀਂ ਡਿਗਰੀ ਆਫ ਐਵਰੇਜ ਰੈਵਨਿਊ ਐਂਡ ਮਾਰਜਨ ਰੈਵਨਿਊ ਦੀ ਗੱਲ ਕਰੀਏ, ਦੋਨੋਂ ਹਾਲਤਾਂ ਦੇ ਵਿੱਚ ਔਸਤ ਆਮਦਨ ਅਤੇ ਸੀਮਾਂਤ ਆਮਦਨ ਵਕਰ ਦੀ ਢਲਾਨ ਉੱਪਰ ਤੋਂ ਹੇਠਾਂ ਵੱਲ ਨੂੰ ਹੁੰਦੀ ਹੈ। ਲੇਕਿਨ ਮੋਨੋਪੋਲੀ ਦੇ ਵਿੱਚ ਇਹ ਢਲਾਨ ਥੋੜੀ ਜਿਹੀ ਜ਼ਿਆਦਾ ਹੁੰਦੀ ਹੈ, ਮਤਲਬ ਇਹਨਾਂ ਦੀ ਇਲਾਸਟਿਸਿਟੀ ਆਫ ਡਿਮਾਂਡ ਕੀ ਹੈ, ਘੱਟ ਹੁੰਦੀ ਹੈ ਮੰਗ ਵਕਰ ਦੀ, ਇਸ ਕਰਕੇ ਮਾਰਜਨ ਰੈਵਨਿਊ ਕਰਵ ਦੀ ਵੀ ਢਲਾਨ ਘੱਟ ਹੁੰਦੀ ਹੈ, ਮਤਲਬ ਇਲਾਸਟਿਸਿਟੀ ਜਿਹੜੀ ਹੈ ਉਹ ਘੱਟ ਹੋਏਗੀ। ਅਤੇ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਇਲਾਸਟਿਸਿਟੀ ਆਫ ਡਿਮਾਂਡ ਕੀ ਹੈ, ਜ਼ਿਆਦਾ। ਫਿਰ ਇੰਪਲੀਕੇਸ਼ਨਸ ਰਿਗਾਰਡਿੰਗ ਡਿਸੀਜਨਸ, ਜੇ ਅਸੀਂ ਫੈਸਲਿਆਂ ਸੰਬੰਧੀ ਇਹਦੇ ਇੰਪਲੀਕੇਸ਼ਨ ਦੀ ਗੱਲ ਕਰੀਏ ਤਾਂ ਅਸੀਂ ਪਰਫੈਕਟ ਕੰਪੀਟੀਸ਼ਨ ਦੇ ਨਾਲ ਕੰਪੈਰੀਜ਼ਨ 'ਚ ਵੀ ਦੱਸਿਆ ਸੀਗਾ ਕਿ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਕੀਮਤ ਅਤੇ ਉਤਪਾਦਨ ਨੂੰ ਪ੍ਰਭਾਵਿਤ ਕਰਨ ਦੇ ਲਈ ਏਕਾਧਿਕਾਰੀ ਪ੍ਰਤੀਯੋਗਿਤਾ ਦੇ ਅੰਤਰਗਤ ਫਰਮ ਨੂੰ ਵਿਕਰੀ ਲਾਗਤਾਂ ਕਰਨੀਆਂ ਪੈਂਦੀਆਂ। ਹੁਣੇ ਆਪਾਂ ਦੱਸ ਚੁੱਕੇ, ਸੈਲਿੰਗ ਕੋਸਟ ਕਰਨੀ ਪੈਣੀ, ਜਿਹਦੇ ਵਿੱਚ ਐਡਵਰਟਾਈਜ਼ਮੈਂਟ ਹੋ ਗਿਆ, ਪਬਲਿਸਿਟੀ ਹੋ ਗਿਆ। ਅਸੀਂ ਕੁਛ ਹੱਦ ਤੱਕ ਨੋਨ ਪ੍ਰਾਈਸ ਕੰਪੀਟੀਸ਼ਨ ਦੀ ਵੀ ਗੱਲ ਕਰ ਸਕਦੇ ਹਾਂ। ਲੇਕਿਨ ਇਸ ਤਰ੍ਹਾਂ ਦੀ ਜਿਹੜੀ ਸੈਲਿੰਗ ਕੋਸਟ ਜਿਹੜੀ ਹੈ ਉਹ ਮੋਨੋਪੋਲੀ ਵਿੱਚ ਨਹੀਂ ਹੁੰਦੀ। ਜੇ ਕੁਝ ਇਕੋਨੋਮਿਸਟ ਇਸ ਗੱਲ 'ਚ ਬਿਲੀਵ ਕਰਦੇ ਹੈ ਕਿ ਮੋਨੋਪੋਲੀ ਦੇ ਵਿੱਚ ਸੈਲਿੰਗ ਕੋਸਟ ਹੋ ਸਕਦੀ ਹੈ, ਲੇਕਿਨ ਉਹ ਇਨਫੋਰਮੇਟਿਵ ਇਨ ਨੇਚਰ ਹੋਏਗੀ। ਉਹ ਕਿਸੇ ਕਸਟਮਰ ਨੂੰ, ਕਿਸੇ ਖਰੀਦਦਾਰ ਨੂੰ ਇਨਫੋਰਮ ਕਰਨ ਦੇ ਲਈ ਹੋਏਗੀ, ਨਾ ਕਿ ਡਿਮਾਂਡ ਨੂੰ ਮੈਨੀਪੂਲੇਟ ਕਰਨ ਦੇ ਲਈ, ਡਿਮਾਂਡ ਨੂੰ ਵਧਾਉਣ ਦੇ ਲਈ ਨਹੀਂ ਹੋਏਗੀ। ਸਿਰਫ ਕਸਟਮਰ ਨੂੰ ਇਨਫੋਰਮੇਸ਼ਨ ਕਿ ਦਾ ਨਿਊ ਪ੍ਰੋਡਕਟ ਹੈਜ਼ ਬੀਨ ਲਾਂਚਡ ਇਨ ਦਾ ਮਾਰਕੀਟ, ਜਸਟ ਲਾਈਕ ਦੈਟ। ਤਾਂ ਵੈਸੇ ਅਸੀਂ ਟੈਕਨੀਕਲੀ ਸਪੀਕਿੰਗ ਅਸੀਂ ਇਸ ਐਡਵਰਟਾਈਜ਼ਮੈਂਟ ਕੋਸਟ ਨੂੰ ਜਾਂ ਇਸ ਜਿਹੜੀ ਸੈਲਿੰਗ ਕੋਸਟ ਹੈ, ਇਸ ਨੂੰ ਅਸੀਂ ਮੋਨੋਪੋਲੀ ਦੇ ਵਿੱਚ ਸ਼ਾਮਲ ਨਹੀਂ ਕਰਦੇ। ਨੈਕਸਟ ਇਜ਼ ਦਾ ਕੰਪੈਰੀਜ਼ਨ ਰਿਗਾਰਡਿੰਗ ਪ੍ਰੋਫਿਟ। ਜੇ ਅਸੀਂ ਪ੍ਰੋਫਿਟ ਦਾ ਕੰਪੈਰੀਜ਼ਨ ਕਰਨਾ ਹੋਵੇ ਤਾਂ ਮੋਨੋਪੋਲੀ ਦੇ ਵਿੱਚ ਸੁਪਰਨੋ ਪ੍ਰੋਫਿਟ ਮਿਲਦਾ ਲੌਂਗ ਰਨ 'ਚ, ਅਤੇ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਫਰਮ ਨੂੰ ਕੀ ਮਿਲਦਾ, ਨਾਰਮਲ ਪ੍ਰੋਫਿਟ ਮਿਲਦਾ। ਇੱਕ ਕੰਪੈਰੀਜ਼ਨ ਅਸੀਂ ਪ੍ਰਾਈਸ ਡਿਸਕ੍ਰਿਮੀਨੇਸ਼ਨ ਦੀ ਗੱਲ ਕਰ ਸਕਦੇ ਹਾਂ
ਤਾਂ ਮੋਨੋਪੋਲੀ ਦੇ ਵਿੱਚ ਇੱਕ ਸਪੈਸ਼ਲ ਵਿਸ਼ੇਸ਼ਤਾ ਹੈ, ਦੈਟ ਇਜ਼ ਦਾ ਪ੍ਰਾਈਸ ਡਿਸਕ੍ਰਿਮੀਨੇਸ਼ਨ, ਕੀਮਤ ਵਿਤਕਰਾ। ਉਹ ਸਿਰਫ ਮੋਨੋਪੋਲੀ ਦੇ ਵਿੱਚ ਹੀ ਹੁੰਦਾ, ਜਦੋਂ ਕਿ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਐਸਾ ਨਹੀਂ ਹੈ। ਟੈਕਨੀਕਲੀ ਸਪੀਕਿੰਗ ਅਸੀਂ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਪ੍ਰਾਈਸ ਡਿਸਕ੍ਰਿਮੀਨੇਸ਼ਨ ਨੂੰ ਅਜ਼ਿਊਮ ਨਹੀਂ ਕਰਦੇ। ਮੋਨੋਪੋਲੀ ਦੇ ਵਿੱਚ ਪ੍ਰਾਈਸ ਡਿਸਕ੍ਰਿਮੀਨੇਸ਼ਨ ਜਿਹੜੀ ਹੈ ਉਹ ਹੁੰਦਾ ਹੈ। ਤਾਂ ਇਹ ਸੀਗਾ ਕੰਪੈਰੀਜ਼ਨ ਬਿਟਵੀਨ ਪਰਫੈਕਟ ਕੰਪੀਟੀਸ਼ਨ ਐਂਡ ਮੋਨੋਪੋਲਿਸਟਿਕ ਕੰਪੀਟੀਸ਼ਨ, ਅਤੇ ਕੰਪੈਰੀਜ਼ਨ ਬਿਟਵੀਨ ਮੋਨੋਪੋਲੀ ਐਂਡ ਮੋਨੋਪੋਲਿਸਟਿਕ ਕੰਪੀਟੀਸ਼ਨ। ਜਿਹੜਾ ਕੰਪੈਰੀਜ਼ਨ ਅਸੀਂ ਪਰਫੈਕਟ ਕੰਪੀਟੀਸ਼ਨ ਐਂਡ ਮੋਨੋਪੋਲੀ ਹੈ ਉਹ ਅਸੀਂ ਪਹਿਲਾਂ ਕਰ ਚੁੱਕੇ ਹਾਂ। ਤਾਂ ਹੁਣ ਅਸੀਂ ਇਸ ਸਾਰੇ ਨੂੰ ਇੱਕ ਮਿੰਟ ਫਿਰ ਰਿਪੀਟ ਕਰ ਲੈਂਦੇ ਹਾਂ, ਰਿਕਾਲ ਕਰ ਲੈਂਦੇ ਹਾਂ ਵਟਸਐਵਰ ਵੀ ਹੈਵ ਡਿਸਕਸ ਸੋ ਫਾਰ। ਅਸੀਂ ਡਿਸਕਸ ਕੀਤਾ ਮੋਨੋਪੋਲਿਸਟਿਕ ਕੰਪੀਟੀਸ਼ਨ ਦਾ ਕਨਸੈਪਟ ਐਂਡ ਫੀਚਰ। ਅਸੀਂ ਕਿਹਾ ਹੈ ਕਿ ਮੋਨੋਪੋਲਿਸਟਿਕ ਕੰਪੀਟੀਸ਼ਨ ਦੀ ਧਾਰਨਾ ਜਿਹੜੀ ਹੈ E.H. ਚੈਂਬਰਲੇਨ ਨੇ ਸ਼ੁਰੂ ਕੀਤੀ ਸੀ, ਅਮਰੀਕਨ ਇਕੋਨੋਮਿਸਟ ਹੈ। ਉਹਨਾਂ ਨੇ ਕਿਹਾ ਕਿ ਜਦੋਂ ਮਾਰਕੀਟ ਦੇ ਵਿੱਚ ਬਹੁਤ ਸਾਰੇ ਵੇਚਣ ਵਾਲੇ ਹੋਣ ਅਤੇ ਉਹ ਕੁੱਲ ਉਤਪਾਦਨ ਦਾ ਥੋੜਾ ਹਿੱਸਾ, ਘੱਟ ਹਿੱਸਾ ਪ੍ਰੋਡਿਊਸ ਕਰਦੇ ਹੋਣ, ਅਤੇ ਵਸਤੂਆਂ ਜਿਹੜੀਆਂ ਨੇ ਇਹਨਾਂ ਉਤਪਾਦਕਾਂ ਦੇ ਵਿਚਕਾਰ ਜਾਂ ਫਰਮਾਂ ਦੇ ਵਿਚਕਾਰ ਭਿੰਨਤਾ ਵਾਲੀ ਹੋਵੇ, ਅਤੇ ਵਸਤੂ ਨੂੰ ਵੇਚਣ ਦੇ ਲਈ ਜ਼ਿਆਦਾ ਵਸਤੂ ਨੂੰ ਵੇਚਣ ਦੇ ਲਈ ਉਹ ਪ੍ਰਚਾਰ ਕਰਦੇ ਹੋਣ, ਐਡਵਰਟਾਈਜ਼ਮੈਂਟ ਕਰਦੇ ਹੋਣ, ਵਿਕਰੀ ਲਾਗਤਾਂ ਕਰਦੇ ਹੋਣ, ਤਾਂ ਇਸ ਨੂੰ ਅਸੀਂ ਕਹਿੰਦੇ ਹਾਂ ਮੋਨੋਪੋਲਿਸਟਿਕ ਕੰਪੀਟੀਸ਼ਨ। ਮਤਲਬ ਮੋਨੋਪੋਲੀ ਵੀ ਹੋਵੇ ਅਤੇ ਦੇ ਨਾਲ ਇਹਨਾਂ ਵਿੱਚ ਪ੍ਰਤੀਯੋਗਿਤਾ ਵੀ ਹੋਵੇ। ਤਾਂ ਇਸ ਦੀਆਂ ਜਿਹੜੀਆਂ ਅਸੀਂ ਵਿਸ਼ੇਸ਼ਤਾਵਾਂ ਸੀਗੀਆਂ ਇੱਕ ਵਾਰੀ ਫਿਰ ਅਸੀਂ ਕਰ ਲੈਂਦੇ ਹਾਂ ਕਿ ਲਾਰਜ ਨੰਬਰ ਆਫ ਬਾਇਰਸ ਐਂਡ ਸੈਲਰਸ ਹੁੰਦੇ ਆ, ਜ਼ਿਆਦਾ ਵੇਚਣ ਵਾਲੇ ਤੇ ਖਰੀਦਣ ਵਾਲੇ ਹੁੰਦੇ ਆ, ਭਿੰਨਤਾ ਵਾਲੀ ਵਸਤੂ ਹੁੰਦੀ ਹੈ। ਕੋਈ ਫਰਮ ਕਦੇ ਵੀ ਗਰੁੱਪ ਦੇ ਵਿੱਚ ਸ਼ਾਮਲ ਹੋ ਸਕਦੀ ਹੈ, ਛੱਡ ਕੇ ਜਾ ਸਕਦੀ ਹੈ। ਵਸਤੂ ਨੂੰ ਜ਼ਿਆਦਾ ਵੇਚਣ ਦੇ ਲਈ ਵਿਕਰੀ ਲਾਗਤਾਂ ਕਰਨੀਆਂ ਪੈਂਦੀਆਂ ਨੇ। ਵਸਤੂ ਤੇ ਅੰਸ਼ਿਕ ਕੰਟਰੋਲ ਹੁੰਦਾ, ਮਤਲਬ ਜਦੋਂ ਵੀ ਫਰਮ ਜਿਹੜੀ ਹੈ ਕੀਮਤ ਨੂੰ ਨਿਰਧਾਰਿਤ ਕਰਦੀ ਹੈ, ਆਪਣੇ ਇੰਡੀਪੈਂਡੈਂਟ ਹੁੰਦੀ ਹੈ, ਮਤਲਬ ਕਿ ਆਪਣੀ ਮਰਜ਼ੀ ਨਾਲ ਕੀਮਤ ਨਿਸ਼ਚਿਤ ਕਰਦੀ ਹੈ। ਲੇਕਿਨ ਜਦੋਂ ਕੀਮਤ ਨਿਸ਼ਚਿਤ ਕਰਦੀ ਹੈ ਤਾਂ ਦੂਜੀ ਫਰਮਾਂ ਦੁਆਰਾ ਨਿਰਧਾਰਿਤ ਕੀਤੀ ਕੀਮਤ ਨੂੰ ਧਿਆਨ 'ਚ ਰੱਖ ਕੇ ਹੀ ਨਿਰਧਾਰਿਤ ਕਰਦੀ ਹੈ। ਮਤਲਬ ਇੰਡੀਪੈਂਡੈਂਟ ਹੈਗੀ ਹੈ, ਪਰੰਤੂ ਦੂਸਰੀ ਫਰਮਾਂ ਨੂੰ ਵੀ ਧਿਆਨ 'ਚ ਰੱਖਦੇ ਹੋਏ। ਇਸ ਤਰ੍ਹਾਂ ਨਹੀਂ ਹੈ ਕਿ ਜਿੰਨੀ ਮਰਜ਼ੀ ਕੀਮਤ ਨਿਸ਼ਚਿਤ ਕਰ ਦਿਓ ਜਾਂ ਜਿੰਨਾ ਮਰਜ਼ੀ ਉਤਪਾਦਨ ਕਰ ਲਓ, ਇਸ ਤਰ੍ਹਾਂ ਨਹੀਂ। ਤਾਂ ਜਿਹੜੀ ਗਤੀਸ਼ੀਲਤਾ ਵੀ ਸੀਮਿਤ ਹੁੰਦੀ ਹੈ, ਪੂਰਨ ਪ੍ਰਤੀਯੋਗਿਤਾ ਦੀ ਤਰ੍ਹਾਂ ਨਹੀਂ ਹੁੰਦੀ। ਨੌਲੇਜ ਜਿਹੜੀ ਹੈ, ਗਿਆਨ ਜਿਹੜਾ ਹੈ ਉਹ ਅਪੂਰਨ ਹੁੰਦਾ, ਅਤੇ ਨੌਨ ਪ੍ਰਾਈਸ ਕੰਪੀਟੀਸ਼ਨ ਜਿਹੜਾ ਹੈ ਇਹਨਾਂ ਵਿੱਚ ਆ ਜਾਂਦਾ ਹੈ। ਅਤੇ ਇਹਨਾਂ ਵਿੱਚ ਜਿਹੜੀ ਡਿਮਾਂਡ ਕਰਵ ਹੈ ਉਹਦੀ ਢਲਾਨ ਹੇਠਾਂ ਵੱਲ ਹੁੰਦੀ ਹੈ। ਮੋਨੋਪੋਲੀ ਦੇ ਵਿੱਚ ਜਿਹੜੀ ਢਲਾਨ ਇਲਾਸਟਿਸਿਟੀ ਆਫ ਡਿਮਾਂਡ, ਮੰਗ ਦੀ ਲੋਚ ਜਿਹੜੀ ਹੈ ਉਹ ਘੱਟ ਹੁੰਦੀ ਹੈ, ਅਤੇ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਇਲਾਸਟਿਸਿਟੀ ਆਫ ਡਿਮਾਂਡ ਕੀ ਹੈ, ਜ਼ਿਆਦਾ ਹੁੰਦੀ ਹੈ। ਜੇ ਵਿਅਕਤੀਗਤ ਅਲੱਗ-ਅਲੱਗ ਦੇਖੀਏ ਇਹਨਾਂ ਨੂੰ, ਸਾਨੂੰ ਇੱਕੋ ਜਿਹੀ ਲੱਗਦੀ ਹੈ ਡਾਇਗਰਾਮ, ਲੇਕਿਨ ਜੇ ਅਸੀਂ ਕੰਪੈਰੀਜ਼ਨ ਕਰੀਏ ਤਾਂ ਸਾਨੂੰ ਇਹਨਾਂ ਵਿੱਚ ਫਰਕ ਜਿਹੜਾ ਹੈ ਉਹ ਨਜ਼ਰ ਆ ਜਾਂਦਾ। ਫਿਰ ਜੇ ਅਸੀਂ ਇਸ ਦੀ ਇਕੁਇਲਿਬਰੀਅਮ ਅੰਡਰ ਮੋਨੋਪੋਲਿਸਟਿਕ ਕੰਪੀਟੀਸ਼ਨ ਦੀ ਗੱਲ ਕਰੀਏ ਤਾਂ ਜਸਟ ਲਾਈਕ ਮੋਨੋਪੋਲੀ ਦੀ ਤਰ੍ਹਾਂ ਹੀ ਇਸ ਦੇ ਵਿੱਚ ਇਕੁਇਲਿਬਰੀਅਮ ਹੁੰਦਾ ਹੈ, ਜਿੱਥੇ MC MR ਦੇ ਬਰਾਬਰ ਹੋਵੇ, ਮਾਰਜਨਲ ਕੋਸਟ ਮਾਰਜਨਲ ਰੈਵਨਿਊ ਦੇ ਬਰਾਬਰ ਹੋਵੇ, ਅਤੇ ਸੀਮਾਂਤ ਲਾਗਤ ਸੀਮਾਂਤ ਆਮਦਨ ਹੇਠਾਂ ਤੋਂ ਉੱਪਰ ਨੂੰ ਘਟੇ। ਸ਼ੋਰਟ ਰਨ 'ਚ ਸੁਪਰਨੋ ਪ੍ਰੋਫਿਟ, ਨੌਨ ਪ੍ਰੋਫਿਟ ਜਾਂ ਲਾਸ ਹੋ ਸਕਦਾ, ਜਿਸ ਤਰ੍ਹਾਂ ਕਿ 3.3 ਦੇ ਵਿੱਚ ਇਹ ਸੁਪਰਨੋ ਪ੍ਰੋਫਿਟ ਨੂੰ ਦਿਖਾਉਂਦੀ ਹੈ ਕਰਵ। ਸ਼ੇਡਡ ਪੋਰਸ਼ਨ ਜਿਹੜਾ ਹੈ ਸੁਪਰਨੋ ਪ੍ਰੋਫਿਟ ਹੈ। ਲਾਸ, ਇਹ ਕਰਵ ਜਿਹੜੀ ਹੈ ਲਾਸ ਨੂੰ ਦਿਖਾ ਰਹੀ ਹੈ, ਕਿਉਂਕਿ ਕੋਸਟ ਜਿਹੜੀ ਹੈ, ਟੋਟਲ ਕੋਸਟ ਜਿਹੜੀ ਹੈ ਜ਼ਿਆਦਾ ਹੈ ਅਤੇ ਟੋਟਲ ਰੈਵਨਿਊ ਕੀ ਹੈ, ਘੱਟ ਹੈ। ਅਤੇ ਇਹ ਕਰਵ ਜਿਹੜੀ ਹੈ ਉਹ ਨੌਨ ਪ੍ਰੋਫਿਟ ਨੂੰ ਦਿਖਾ ਰਹੀ ਹੈ, ਕਿਉਂਕਿ ਐਵਰੇਜ ਰੈਵਨਿਊ ਐਵਰੇਜ ਕੋਸਟ ਤੇ ਕੀ ਹੈ, ਬਰਾਬਰ। ਲੌਂਗ ਰਨ ਦੇ ਵਿੱਚ ਇੰਡੀਵਿਜੂਅਲ ਫਰਮ ਨੂੰ ਨੌਨ ਪ੍ਰੋਫਿਟ ਹੀ ਮਿਲੇਗਾ, ਕਿਉਂਕਿ ਕੋਈ ਵੀ ਫਰਮ ਕਦੇ ਵੀ ਉਤਪਾਦਨ ਸ਼ੁਰੂ ਕਰ ਸਕਦੀ ਹੈ ਅਤੇ ਉਤਪਾਦਨ ਨੂੰ ਬੰਦ ਕਰ ਸਕਦੀ ਹੈ। ਅਤੇ ਜਿਹੜਾ ਗਰੁੱਪ ਬਿਹੇਵੀਅਰ ਹੈ,
ਮੈਂ ਦੱਸਿਆ ਸੀਗਾ ਕਿ ਗਰੁੱਪ ਅਤੇ ਇੰਡਸਟਰੀ 'ਚ ਕੀ ਫਰਕ ਹੈ। ਚੈਂਬਰਲੇਨ ਨੇ ਕਿਉਂਕਿ ਫਰਮਾਂ ਦੇ ਸਮੂਹ ਨੂੰ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਗਰੁੱਪ ਕਿਹਾ, ਇੰਡਸਟਰੀ ਨਹੀਂ ਕਿਹਾ। ਕਿਉਂ ਗਰੁੱਪ ਕਿਹਾ? ਕਿਉਂਕਿ ਜਿਹੜੀਆਂ ਫਰਮਾਂ ਨੇ, ਸਾਰੀਆਂ ਫਰਮਾਂ ਨੇ ਭਿੰਨਤਾ ਵਾਲੀ ਵਸਤੂਆਂ ਬਣਾਉਂਦੀਆਂ ਨੇ, ਅਲੱਗ-ਅਲੱਗ ਤਰ੍ਹਾਂ ਦੀਆਂ ਵਸਤੂਆਂ ਬਣਾਉਂਦੇ ਨੇ, ਇਸ ਕਰਕੇ ਇਹਨਾਂ ਨੂੰ ਉਹਨਾਂ ਨੇ ਗਰੁੱਪ ਕਿਹਾ। ਤਾਂ 3.6 ਡਾਇਗਰਾਮ ਦੇ ਵਿੱਚ ਥੋੜੇ ਕਾਲ ਦੇ ਵਿੱਚ ਗਰੁੱਪ ਦੇ ਵਿੱਚ ਫਰਮ ਨੂੰ, ਸਾਰੀਆਂ ਫਰਮਾਂ ਨੂੰ ਅਸੀਂ ਅਜ਼ਿਊਮ ਕਰਦੇ ਹਾਂ ਕਿ ਸਾਰੀਆਂ ਫਰਮਾਂ ਜਿਹੜੀਆਂ ਨੇ ਇੱਕੋ ਤਰ੍ਹਾਂ ਦਾ ਬਿਹੇਵ ਕਰਦੀਆਂ ਨੇ। ਅਜੰਪਸ਼ਨ ਲੈ ਲੈਂਦੇ ਇਸ ਦੇ ਵਿੱਚ ਗਰੁੱਪ ਇਕਲੀਅਰ ਨੂੰ ਸ਼ੋਅ ਕਰਨ ਦੇ ਲਈ। ਤਾਂ ਸੁਪਰਨੋਮ ਪ੍ਰੋਫਿਟ ਦਿਖਾ ਰਹੇ ਨੇ, ਇਸ ਦੇ ਵਿੱਚ ਨੋਰਮਲ ਪ੍ਰੋਫਿਟ ਜਾਂ ਲਾਸ ਵੀ ਹੋ ਸਕਦਾ, ਲੇਕਿਨ ਲੌਂਗ ਰਨ ਦੇ ਵਿੱਚ ਗਰੁੱਪ ਦੇ ਵਿੱਚ ਹਰ ਇੱਕ ਫਰਮ ਨੂੰ ਨੋਰਮਲ ਪ੍ਰੋਫਿਟ ਹੀ ਮਿਲੇਗਾ। ਫਿਰ ਅਸੀਂ ਗੱਲ ਕੀਤੀ ਸੀ ਐਕਸੈਸ ਕੈਪੈਸਿਟੀ ਦੀ। ਐਕਸੈਸ ਕੈਪੈਸਿਟੀ ਕੀ ਹੁੰਦਾ ਹੈ? ਡਿਫਰੈਂਸ ਬਿਟਵੀਨ ਐਕਚੁਅਲ ਆਊਟਪੁੱਟ ਐਂਡ ਆਪਟੀਮਮ ਆਊਟਪੁੱਟ। ਆਪਟੀਮਮ ਆਊਟਪੁੱਟ ਕੀ ਹੁੰਦਾ ਹੈ? ਜਦੋਂ ਫਰਮ ਨਿਊਨਤਮ ਉਸ ਲਾਗਤ ਤੇ ਉਤਪਾਦਨ ਕਰੇ, ਜਿੰਨਾ ਉਤਪਾਦਨ ਕਰੇ ਉਸ ਨੂੰ ਅਸੀਂ ਆਪਟੀਮਮ ਆਊਟਪੁੱਟ ਕਹਿੰਦੇ ਹਾਂ। ਜੇ ਨਿਊਨਤਮ ਉਸ ਲਾਗਤ ਤੋਂ ਘੱਟ ਤੇ ਕਰੇ, ਮਤਲਬ ਕਿ ਘੱਟ ਉਤਪਾਦਨ ਕਰੇ, ਤਾਂ ਉਸ ਨੂੰ ਅਸੀਂ ਐਕਚੁਅਲ ਆਊਟਪੁੱਟ ਕਹਿ ਸਕਦੇ ਹਾਂ। ਤਾਂ ਅੰਡਰ ਪਰਫੈਕਟ ਕੰਪੀਟੀਸ਼ਨ, ਇਹ ਪਰਫੈਕਟ ਕੰਪੀਟੀਸ਼ਨ ਦੀ ਡਾਇਗਰਾਮ ਕਹਿ ਸਕਦੇ ਹੋ। ਇੱਥੇ ਇਹ ਕੀ ਹੈ? ਆਪਟੀਮਮ ਆਊਟਪੁੱਟ ਹੈ, ਮਤਲਬ ਕਿ ਨਿਊਨਤਮ ਉਸ ਲਾਗਤ ਤੋਂ ਉਤਪਾਦਨ ਕਰ। ਲੇਕਿਨ ਇਸ ਡਾਇਗਰਾਮ ਦੇ ਵਿੱਚ 3.7 'ਚ ਅਸੀਂ ਦੇਖ ਰਹੇ ਹਾਂ ਕਿ ਆਪਟੀਮਮ ਆਊਟਪੁੱਟ, ਜਿਹਨੂੰ ਅਸੀਂ ਪੰਜਾਬੀ 'ਚ ਇਸ਼ਤਮ ਆਊਟਪੁੱਟ ਕਹਿੰਦੇ ਹਾਂ, ਉਹ OQ ਹੈ। ਲੇਕਿਨ ਐਕਚੁਅਲ ਆਊਟਪੁੱਟ ਕਿੰਨਾ ਹੈ? OQ1, A1 ਤੇ ਡਿਮਾਂਡ ਕਰਵ ਜਿਹੜੀ ਹੈ ਉਸ ਲਾਗਤ ਦੇ ਬਰਾਬਰ ਹੈ, ਅਤੇ ਫਰਮ ਜਿਹੜਾ ਹੈ ਲੌਂਗ ਰਨ ਦੇ ਵਿੱਚ ਉਤਪਾਦਨ ਕਰ ਰਹੀ ਹੈ ਮੋਨੋਪੋਲਿਸਟਿਕ ਕੰਪੀਟੀਸ਼ਨ OQ1, ਜਦੋਂ ਕਿ ਵਾਸਤਵਿਕਤਾ ਦੇ ਵਿੱਚ ਉਤਪਾਦਨ ਹੋਣਾ, ਇਸ਼ਤਮ ਉਤਪਾਦਨ ਜਿਹੜਾ ਹੈ ਉਹ OQ ਹੋਣਾ ਚਾਹੀਦਾ ਸੀ। ਤਾਂ ਇਹ ਡਿਫਰੈਂਸ ਜਿਹੜਾ ਹੈ Q1Q, that is OQ minus OQ1, that is Q1Q, ਇਸ ਨੂੰ ਅਸੀਂ ਕਹਿੰਦੇ ਹਾਂ ਐਕਸੈਸ ਆਊਟਪੁੱਟ ਜਾਂ ਅਸੀਂ ਵਾਧੂ ਉਤਪਾਦਨ। ਫਿਰ ਅਸੀਂ ਸੈਲਿੰਗ ਕੋਸਟ ਦੀ ਗੱਲ ਕੀਤੀ ਸੀ। ਸੈਲਿੰਗ ਕੋਸਟ ਕੀ ਹੁੰਦਾ? ਵਿਕਰੀ ਲਾਗਤਾਂ ਕੀ ਹੁੰਦੀਆਂ? ਜਦੋਂ ਉਤਪਾਦਨ ਨੂੰ ਵਧਾਉਣ ਦੇ ਲਈ ਜਾਂ ਉਤਪਾਦਨ ਨੂੰ ਇਨਫਲੂਐਂਸ ਕਰਨ ਦੇ ਲਈ ਜਾਂ ਡਿਮਾਂਡ ਨੂੰ ਆਲਟਰ ਕਰਨ ਦੇ ਲਈ, ਚੇਂਜ ਕਰਨ ਦੇ ਲਈ ਜਿਹੜੀ ਲਾਗਤਾਂ ਇੱਕ ਫਰਮ ਕਰਦੀ ਹੈ, ਖਰਚਾ ਜਿਹੜਾ ਕਰਦੀ ਹੈ ਫਰਮ, ਤਾਂ ਉਸ ਨੂੰ ਅਸੀਂ ਸੈਲਿੰਗ ਕੋਸਟ ਕਹਿੰਦੇ ਹਾਂ। ਤਾਂ ਜਿਉਂ-ਜਿਉਂ ਸੈਲਿੰਗ ਕੋਸਟ ਵੱਧਦੀ ਜਾਂਦੀ ਹੈ ਤਾਂ ਪ੍ਰੋਫਿਟ ਜਿਹੜਾ ਹੈ ਉਸਦਾ, ਫਰਮ ਦਾ, ਵੱਧਦਾ ਜਾਂਦਾ ਹੈ। ਪਰੰਤੂ ਇਹ ਲਾਭ ਦੇ ਵਿੱਚ ਵਾਧਾ ਜਿਹੜਾ ਹੈ ਅਸੀਮਿਤ ਟਾਈਮ ਤੱਕ ਨਹੀਂ ਹੋਏਗਾ। ਇੱਕ ਸਟੇਜ ਇਹੋ ਜਿਹੀ ਆ ਜਾਂਦੀ ਹੈ ਜਿੱਥੇ ਲਾਭ ਦੇ ਵਿੱਚ ਵਾਧਾ ਹੋਣਾ ਬੰਦ ਹੋ ਜਾਂਦਾ ਹੈ, ਉੱਥੇ ਫਰਮ ਆਪਣਾ ਲਾਗਤਾਂ, ਸੈਲਿੰਗ ਕੋਸਟ ਕਰਨਾ ਬੰਦ ਕਰ ਦਿੰਦੇ। ਅਤੇ ਲਾਸਟ ਦੇ ਵਿੱਚ ਅਸੀਂ ਡਿਸਕਸ ਕੀਤਾ ਸੀਗਾ ਡਿਫਰੈਂਸ ਬਿਟਵੀਨ ਪਰਫੈਕਟ ਕੰਪੀਟੀਸ਼ਨ ਅਤੇ ਮੋਨੋਪੋਲੀ, ਪਰਫੈਕਟ ਕੰਪੀਟੀਸ਼ਨ ਐਂਡ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਕੀ ਅੰਤਰ ਹੁੰਦਾ। ਅਤੇ ਫਿਰ ਅਸੀਂ ਡਿਸਕਸ ਕੀਤਾ ਸੀਗਾ ਡਿਫਰੈਂਸ ਬਿਟਵੀਨ ਮੋਨੋਪੋਲੀ ਐਂਡ ਮੋਨੋਪੋਲਿਸਟਿਕ ਕੰਪੀਟੀਸ਼ਨ। ਤਾਂ ਮੋਟੇ ਤੌਰ ਤੇ ਪਰਫੈਕਟ ਕੰਪੀਟੀਸ਼ਨ 'ਚ ਹੋਮੋਜੀਨੀਅਸ ਪ੍ਰੋਡਕਟਸ ਹੁੰਦੀ ਹੈ, ਸਮਾਨ ਵਸਤੂ ਹੁੰਦੀ ਹੈ, ਪੂਰਨ ਗਿਆਨ ਹੁੰਦਾ ਹੈ, ਸਮਾਨ ਕੀਮਤ ਹੁੰਦੀ ਹੈ, ਪਰਫੈਕਟ ਨੌਲੇਜ ਹੁੰਦੀ ਹੈ, ਫਰੀडम ਆਫ ਐਂਟਰੀ ਐਂਡ ਐਗਜ਼ਿਟ ਹੁੰਦੀ ਹੈ, ਕੋਈ ਫਰਮ ਕਦੇ ਵੀ ਆ ਸਕਦੀ ਹੈ, ਕਦੇ ਵੀ ਜਾ ਸਕਦੀ ਹੈ, ਅਤੇ AR-MR ਦੇ ਬਰਾਬਰ ਹੁੰਦੀ ਹੈ। ਇਹ ਦੋਨੋਂ ਕਰਵ ਜਿਹੜੀਆਂ ਨੇ ਇੱਕ ਦੂਜੇ ਪੈਰਲਲ ਟੂ ਐਕਸ-ਐਕਸਿਸ ਹੁੰਦੀਆਂ ਨੇ। ਜਦੋਂ ਕਿ ਮੋਨੋਪੋਲੀ ਅਤੇ ਮੋਨੋਪੋਲਿਸਟਿਕ ਕੰਪੀਟੀਸ਼ਨ 'ਚ ਜਿਹੜੀ AR-MR ਦੀ ਢਲਾਨ ਜਿਹੜੀ ਹੈ ਉੱਪਰ ਤੋਂ ਹੇਠਾਂ ਵੱਲ ਹੁੰਦੀ ਹੈ। ਮੋਨੋਪੋਲੀ 'ਚ ਪ੍ਰਾਈਸ ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਮੋਨੋਪੋਲਿਸਟਿਕ ਕੰਪੀਟੀਸ਼ਨ 'ਚ ਪ੍ਰੋਡਕਟ ਡਿਫਰੈਂਸ਼ੀਏਸ਼ਨ ਹੁੰਦਾ ਹੈ, ਉਤਪਾਦਨ ਵਿੱਚ ਭਿੰਨਤਾ ਹੁੰਦੀ ਹੈ, ਅਤੇ ਮੋਨੋਪੋਲਿਸਟਿਕ ਕੰਪੀਟੀਸ਼ਨ 'ਚ ਇੱਕ ਖਾਸੀਅਤ ਜਿਹੜੀ ਹੈ ਉਹ ਸੈਲਿੰਗ ਕੋਸਟ ਦੀ ਹੁੰਦੀ ਹੈ। ਪ੍ਰਤੀਯੋਗਿਤਾ ਇਸ ਤਰ੍ਹਾਂ ਹੁੰਦੀ ਹੈ ਕਿ ਵੱਧ ਤੋਂ ਵੱਧ ਉਤਪਾਦਨ ਵੇਚਣ ਦੇ ਲਈ ਜਾਂ ਡਿਮਾਂਡ ਨੂੰ ਇਨਫਲੂਐਂਸ ਕਰਨ ਦੇ ਲਈ ਉਹਨਾਂ ਨੂੰ ਵਿਕਰੀ ਲਾਗਤਾਂ ਕਰਨੀਆਂ ਪੈਂਦੀਆਂ। ਥੈਂਕ ਯੂ।